ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗੀ ਸਿੰਘਾਂ ਨੇ ਇਸ ਪਾਵਨ ਪੌੜੀ ਤੇ ਭਾਈ ਗੁਰਦਾਸ ਜੀ ਦੀ ਤੇ ਸਮਾਪਤੀ ਕੀਤੀ ਹੈ ਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਨਾ। ਗੁਰੂ ਅਸਲ ਦੇ ਵਿੱਚ ਹੈ ਉਹ ਜਿਹੜਾ ਮਨੁੱਖ ਨੂੰ ਬੰਧਨਾਂ ਤੋਂ, ਮਾਇਆ ਦੇ ਬੰਧਨਾਂ ਤੋਂ, ਸੰਸਾਰਿਕ ਬੰਧਨਾਂ ਤੋਂ, ਵਿਹਾਰਿਕ ਬੰਧਨਾਂ ਤੋਂ ਆਜ਼ਾਦ ਕਰਾ ਦਿੰਦਾ। ਜਿਹੜਾ ਗੁਰੂ ਆਪਣੇ ਚੇਲੇ ਨੂੰ, ਆਪਣੇ ਸ਼ਿਸ਼ ਨੂੰ ਕਿਸੇ ਥਾਂ ਦੇ ਉੱਤੇ ਜਾਂ ਕਿਸੇ ਮੰਜ਼ਿਲ 'ਤੇ ਨਾ ਪਹੁੰਚਾ ਸਕੇ, ਉਹਨੂੰ ਅਸੀਂ ਗੁਰੂ ਨਹੀਂ ਕਹਿ ਸਕਦੇ। ਇਹ ਗੁਰੂ ਘਰ ਦੀ ਵਡਿਆਈ ਰਹੀ ਹੈ। ਜੇ ਅਸੀਂ ਇੱਥੇ ਮੁਕਤੀ ਦਾ ਜਾਂ ਬੰਧਨ ਤੋਂ ਆਜ਼ਾਦੀ ਦਾ ਕਨਸੈਪਟ ਦੇਖਦੇ ਹਾਂ ਤਾਂ ਇਹ ਜਿਉਂਦਿਆਂ ਜੀ ਹੈ, ਕਿਉਂਕਿ ਅੰਮ੍ਰਿਤ ਬਾਣੀ ਦਾ ਇਹ ਫੈਸਲਾ ਹੈ, ਮੂਏ ਹੋਏ ਜਾਓ ਮੁਕਤ ਦੇਹੋ ਗਏ, ਮੁਕਤ ਨਾ ਜਾਣੈ ਕੋਇਲਾ। ਮਰਨ ਤੋਂ ਬਾਅਦ ਦੀ ਮੁਕਤੀ ਕਾਹਦੀ ਹੈ? ਸੋ ਅੰਮ੍ਰਿਤ ਬਾਣੀ ਦੇ ਵਿੱਚ ਵੀ ਸਤਿਗੁਰਾਂ ਦੇ ਪਰਥਾਏ ਇਹੋ ਜਿਹੇ ਕਈ ਬਚਨ ਆਏ ਨੇ। ਆਪਾਂ ਮੰਗਲ ਵੀ ਕੀਤਾ ਹੈ ਕਿ ਕਈ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਉਹ ਬੰਧਨਾਂ ਤੋਂ ਆਜ਼ਾਦ ਕਰਾ ਦਿੰਦਾ। ਪਰ ਜਿਹੜਾ ਅੱਜ ਦਾ ਆਪਾਂ ਦਿਨ ਹੈ, ਇਹਨੂੰ ਇਤਿਹਾਸਿਕ ਦਿਹਾੜੇ ਦੇ ਨਾਲ ਦੇਖਦੇ ਹਾਂ ਤੇ ਇਹ ਬੰਦੀ ਛੋੜ ਦਿਹਾੜਾ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਦਾ ਹੈ। ਕਦੀ ਮਨ ਦੇ ਵਿੱਚ ਇਹ ਵਿਚਾਰ ਆਈ ਹੋਵੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹੀ ਬੰਦੀ ਛੋੜ ਕਿਉਂ ਕਿਹਾ ਜਾਂਦਾ ਹੈ? ਜੇ ਤੁਸੀਂ ਇਹ ਗੱਲ ਕਹੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੈਦ ਹੋਏ ਨੇ, ਆਪ ਨੂੰ ਗਿਆਤ ਹੋਵੇ ਬਾਬਰ ਦੀ ਕੈਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬਰ ਦੀ ਕੈਦ 'ਚ ਰਹੇ। ਉਹਨਾਂ ਨੇ ਵੀ ਉੱਥੇ ਜਿਹੜਾ ਸੀ ਬਾਬਰ ਨੂੰ ਕਿਹਾ ਸੀ ਕਿ ਬਾਬਰ, ਜੇ ਤੂੰ ਭਲਾ ਚਾਹੁੰਦਾ ਹੈ ਤੇ ਆ ਜਿੰਨਾ ਗਰੀਬਾਂ ਨੂੰ ਤੂੰ ਨਜਾਇਜ਼ ਕਬਜ਼ੇ ਦੇ ਵਿੱਚ ਲਿਆਏ, ਇਹਨਾਂ ਨੂੰ ਆਜ਼ਾਦ ਕਰ ਦੇ। ਪਰ ਇਹ ਬੰਦੀ ਛੋੜ ਸ਼ਬਦ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਦੇ ਹਾਂ। ਉਹਦਾ ਇੱਕ ਕਾਰਨ ਹੈ, ਬਾਕੀ ਕਾਰਨ ਮੈਂ ਅੱਗੇ ਜਾ ਕੇ ਅਰਜ਼ ਕਰਾਂਗਾ। ਥੋੜ੍ਹਾ ਜਿਹਾ ਇੱਥੇ ਹਿੰਟ ਦੇ ਦੇਣਾ। ਜਿਹੜਾ ਗਵਾਲੀਅਰ ਦਾ ਕਿਲ੍ਹਾ ਸੀ ਨਾ, ਉਹਦੇ ਵਿੱਚ ਲੋਕ ਜਾਂਦੇ ਤਾਂ ਜਿਉਂਦੇ ਸਨ, ਪਰ ਅੱਜ ਤੱਕ ਬਾਹਰ ਕੋਈ ਜਿਉਂਦਾ ਨਹੀਂ ਸੀ ਬਚ ਕੇ ਆਇਆ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ। ਉਹਨਾਂ ਨੇ ਜਿਉਂਦਿਆਂ ਨੂੰ ਉਹਨੇ ਜਿਹੜੀ ਕੈਦ ਤੋਂ ਆਜ਼ਾਦ ਕਰਾ ਕੇ, ਜਿਨ੍ਹਾਂ ਨੇ ਆਪਣੇ ਜਿਉਣ ਦੀ ਆਸ ਛੱਡ ਦਿੱਤੀ ਸੀ, ਉਹਨਾਂ ਨੂੰ ਆਜ਼ਾਦ ਕਰਾ ਕੇ ਤੇ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਵਾਈ ਸੀ। ਇਹ ਗੱਲ ਯਾਦ ਰੱਖਿਓ ਜੀ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਸ ਗਵਾਲੀਅਰ ਦੀ ਕੈਦ ਦੇ ਅਸੀਂ ਕਾਰਨ ਦੇਖਦੇ ਹਾਂ, ਗੱਲ ਕਰਦੇ ਹਾਂ, ਅੱਜ ਅਸੀਂ ਬੰਦੀ ਛੋੜ ਦਿਹਾੜਾ ਮਨਾ ਰਹੇ ਹਾਂ। ਪਰ ਸਾਨੂੰ ਪਹਿਲਾਂ ਇਹ ਵੇਖਣਾ ਪਵੇਗਾ ਇਹ ਕੈਦ ਦੇ ਵਿੱਚ ਜਾਣ ਦੇ ਕਾਰਨ ਕੀ ਬਣੇ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਸੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਗਿਆ? ਇਹਦੇ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਗੁਰੂ ਨਾਨਕ ਦੇ ਘਰ ਦਾ ਫਲਸਫਾ ਵੇਖਣਾ ਪੈਣਾ। ਅੱਜ ਤੱਕ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਦੋ ਤਰ੍ਹਾਂ ਦੀਆਂ ਹਸਤੀਆਂ ਹੋਈਆਂ ਨੇ। ਇੱਕ ਹਸਤੀਆਂ ਉਹ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ। ਉਹਨਾਂ ਦਾ ਲੋਕਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਕੋਈ ਜੀਵੇ ਕੋਈ ਮਰੇ, ਕੋਈ ਲੁੱਟਿਆ ਜਾਵੇ, ਕਿਸੇ ਦੀ ਪੱਤ ਲੁੱਟੀ ਜਾਵੇ, ਕਿਸੇ ਦਾ ਧਨ ਦੌਲਤ ਲੁੱਟੀ ਜਾਵੇ। ਉਹਨਾਂ ਨੇ ਕੇਵਲ ਤੇ ਕੇਵਲ ਮਾਲਾ ਫੜ ਕੇ ਚੌਂਕੜੇ ਲਾਏ ਹੋਏ ਨੇ। ਦੂਸਰੇ ਪਾਸੇ ਉਹ ਲੋਕ ਸਨ ਜਿਨ੍ਹਾਂ ਨੇ ਕੇਵਲ ਤੇ ਕੇਵਲ ਸ਼ਸਤਰ ਚੁੱਕੇ ਹੋਏ ਨੇ ਜਾਂ ਪਰਿਵਾਰ ਪਾਲਦੇ ਪਏ ਨੇ। ਉਹਨਾਂ ਨੂੰ ਰੱਬ ਦੇ ਨਾਲ ਕੋਈ ਸਿਧਾਂਤ ਨਹੀਂ, ਰੱਬ ਦੇ ਨਾਲ ਦਾ ਉਹਨਾਂ ਨੂੰ ਕੋਈ ਨੇੜ ਦਾ ਰਿਸ਼ਤਾ ਵੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਦੋ ਹਸਤੀਆਂ ਨੂੰ, ਇੱਕ ਭਗਤੀ ਲਹਿਰ ਵਾਲੇ ਪਾਸੇ ਚੱਲਦੇ ਨੇ, ਇੱਕ ਸ਼ਕਤੀ ਲਹਿਰ ਵਾਲੇ ਪਾਸੇ ਚੱਲਦੇ ਨੇ। ਗੁਰੂ ਨਾਨਕ ਸਾਹਿਬ ਦੇ ਘਰ ਨੇ ਦੋਵਾਂ ਨੂੰ ਇਕੱਠਿਆਂ ਰੱਖ ਕੇ ਤੇ ਇੱਕ ਜਿਹੜਾ ਸੀ ਮਾਨਵਤਾ ਦਾ ਹੌਕਾ, ਸਰਬ ਸਾਂਝੀਵਾਲਤਾ ਦਾ ਹੌਕਾ ਦਿੱਤਾ ਹੈ। ਇੱਥੇ ਜੇ ਭਗਤੀ ਦੀ ਗੱਲ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਸ਼ਕਤੀ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਭਗਤੀ ਲਹਿਰ ਨੂੰ ਜਦੋਂ ਵਿਦਵਾਨਾਂ ਨੂੰ ਪੜ੍ਹਦੇ ਹਾਂ, ਉਹ ਗੁਰੂ ਅਰਜਨ ਸਾਹਿਬ ਤੱਕ ਭਗਤੀ ਲਹਿਰ ਦੱਸਦੇ ਨੇ ਕਿ ਗੁਰੂ ਅਰਜਨ ਸਾਹਿਬ ਤੱਕ ਸ਼ਾਂਤਮਈ ਮਾਹੌਲ ਚੱਲਦਾ ਰਿਹਾ।
पर मैं पिछले दिनों भी उदाहरण दी सी, अज फिर एक उदाहरण दे देना। असी गुरु नानक साहब महाराज जी नूं केवल तो केवल जिहड़ा वो प्रचारक दौरियां तक सीमित रख दिता, पर यह सुभावक है। भाई गुरदास जी लिखते हैं, जिथे गुरु नानक साहब जी प्रचार अपनी रसना दे नाल करते सन, रूहानीयत वंडते सन, उत्थे सतगुरां दे हत्थ दे विच एक डंडा भी हुंदा सी। आसा हथ किताब कश। सारे लोग जिहड़े ने वो बोलां दे नाल सूत्र नहीं आउंदे हुंदे, कईयां नूं डांग भी फेरनी पैंदी है। ये होया होवेगा कि गुरु नानक साहब ने कई थावां दे उत्ते वो आसा भी वरतिया होवे, वो डंडा भी वरतिया होवे, असीं सामने आउण ही नहीं दिता। खैर ये एक वखरा पक्ष सी। गुरु नानक साहब महाराज जी ने जिस वेले गल कीती ते उन्होंने डंके की चोट के उत्ते कीती। सीधा गुरु हरगोबिंद साहब महाराज जी नूं ये गल कह देनी कि इन्होंने शस्त्र धारण किए ने, पर राजे शीं मुकदम कुत्ते जायज गायन बैठे सुते वर्गी गल जिहड़ी सी समय के हाकम नूं कह देनी, ये किसी शस्त्रधारी तो घट की गल नहीं सी। हिमायूं वर्गे नूं आण के कह देना कि भलिया जे गुरु पीरां दे कोल आउणा है तो आउण दी जाच सिख। अकबर बादशाह वर्गे नूं गुरु अमरदास द्वारा कह देना कि जे राज चाहुंदा है तो हलीमी वो राज रख जिहदे विच सारियां नूं जिहड़ा सी मानवता नूं कल्याणकारी नसीब होवे, जिन्हां नूं सारियां नूं विच सुख आराम मिलदा होवे। आखिर जिस वेले जहांगीर दी वारी आउंदी है तो यदी कट्टरताई जिहड़ी वो साडे सामने बड़े थावां ते आउंदी है। गुरु अर्जुन साहब महाराज जी नूं शहीद किया जाता है। गुरु अर्जुन साहब महाराज जी तक जिहड़ियां ने वो शिकायतां विरोध जिहड़े कुछ घर वल्लों सी, कुछ चंदू वल्लों सी, कुछ कट्टड़ मुसलमानां वल्लों सी। आखिर गुरु अर्जुन साहब महाराज जी शहीद हुंदे ने। शहादत तो पहला गुरु अर्जुन साहब महाराज जी जदों इथों अमृतसर तो तुरदे ने ते तुरन तो पहला बाबा बुढ़ा साहब जी नूं गुरु हरगोबिंद साहब महाराज जी नूं ये हुक्म करके गए सन कि बेटा जी तुसी आउण वाले समय दे विच शस्त्र धारण करने ने। बाबा बुढ़ा साहब जी नूं ये हुक्म सी कि तुसी जिहड़े ने जे इन्हां नूं युद्ध विद्या सिखाई है तो याद रखियो इन्हां नूं युद्ध विद्या दे हुण माहर बनाया है तो इन्हां दे गल दे विच भी वो शस्त्र पा के ते अज तो बाद जिहड़ा भगती लहर का प्रतीक सी उस घर नूं राजसी चिन्ह दे के एक बादशाही ठाठ बाट भी देनी। इस समय की लोड़ सी। गुरु अर्जुन साहब महाराज जी की शहादत हुंदी है। गुरता गद्दी गुरु हरगोबिंद साहब महाराज जी के कोल 1606 दे विच आ जाती है। जिस वेले गुरु हरगोबिंद साहब महाराज जी नूं गुरता गद्दी की दात मिलती है तो इतिहास गवाह है कि गुरु हरगोबिंद साहब महाराज जी ने बाबा बुढ़ा साहब जी ने गुरु अर्जुन साहब के बचनों मुताबक कहा, बाबा जी गुरु पिता जी का हुक्म सी हुण तुसीं सानूं जिहड़ियां ओह किरपानां धारण कराउणियां करो। ये पहला कारण बनता है। बाबा बुढ़ा साहब जी ने दो जिहड़ियां सन ओह किरपानां गुरु हरगोबिंद साहब महाराज जी नूं पहनाईयां। उत्थे ढाडियां ने यह गल बोल दिती कि दो तलवारी बद्धियां, एक मीर दी, एक पीर दी, एक अजमत दी, एक राज दी, एक राखी करे वजीर दी। कुछ विद्वान इत्थे भुलेखा खा जाते हैं जी बाबा बुढ़ा साहब जी ने एक गलती दे नाल पुट्ठी किरपान पाती सी। मैं एक बेनती करा, गुरु अर्जुन साहब महाराज जी नूं नेजाबाजी आउंदी है, शस्त्र विद्या च वो भी निपुण ने। माऊ पिंड का इतिहास गवाह है, जो किले दे नेजे दे नाल किला पुट्टदे ने जंड दा। गुरु हरगोबिंद साहब महाराज जी नूं क्योंकि कल अपने को समा भी थोड़ा सी, बाबा बुढ़ा साहब जी ने ना एक विद्वान लिखदा 65 विद्या सिखाईयां सन। उन्हां दे विच शास्त्र ते शस्त्र विद्या दोवें सन। उन्हां विच तैराकी, घोड़सवारी, तीर अंदाजी, नेजाबाजी, तलवारबाजी, हरेक तरह की कला बाबा बुढ़ा साहब ने सिखाई है। तो जे बाबा बुढ़ा साहब ने यह विद्या दी है तो कभी मन च नहीं सोचा बाबा बुढ़ा साहब आदि सिख ने बाकी गुरु साहबाना ने यह जीवन च वरत्या होएगा। जे बाबा बुढ़ा साहब जी ने इन्नियां कला सिखाइयां ने तो माहर सन तो इन्नियां कला सिखाइयां ना, ये गुरु घर दे विच वरतियां जांदियां हुंदियां सन चीज़ां। पर इन्हां नूं बहुता ये क्योंकि जिहड़ा साडा इतिहास वो असीं खुद नहीं लिखिया होया, इस करके कई बारी कुछ चीज़ां पर्दे थल्ले रह गईयां। बाबा बुढ़ा साहब जी ने दो श्री साहबान बिल्कुल सुचेत होकर पहनाइयां। वो असल च सिद्धांत सी एक मीर दा ते एक पीर दा। वो सिद्धांत सी भगती अते शक्ति दा। वो सिद्धांत सी दो धारे खंडे दा। वो सिद्धांत सी अमीर ते गरीब दा। वो सिद्धांत जिहड़ा सी बाबा बुढ़ा साहब जी ने गुरु हरगोबिंद साहब महाराज जी दे
गल च दो श्री साहिबान पा के ते स्पष्ट कर दिता, साडा ते जन्म ही खंडे की धार दे विचों है ना। तुसी खंडा जी दे नाल अमृत छकदे जे, वो भी दो धारा है। ਜਿਹੜੇ लोग ਕਹਿੰਦੇ ने कि असी किरपान धारी नहीं होना, ये लड़ाकू ने, वो गल ये याद रखन, गुरु घर च देग भी वरताई जाती है तो इनू भी श्री साहिब दे नाल भोग लाया जाता है, लंगर नूं भी भोग श्री साहिब दे नाल लाया जाता है। साडे ते काम ही सारे हथियारां दे नाल ने। तुसी गुरु घर च आउंदे जे, गुरु साहिब दे पावन स्वरूप दे अगे श्री साहिबान पई होई है। क्यों? क्योंकि इत्थे कल्ला माला फेरन वालियां दा सिद्धांत नहीं, इत्थे माला नूं जे कोई आण के प्यार दे नाल गल करदा है, उन्हों माला दे नाल, उन्हों बाणी दे नाल रूहानीयत दिती जाती है। जे कोई चढ़ के आउंदा है तो माला एक पासे, पोथी एक पासे रख के पई होई श्री साहिब दे नाल चुक के उहदा सिर भी ला दिता जाता है। इत्थे जे मैं पिछले समय च कहा सी, तो आपां ग्रंथी सिंह की गल करदे, बाबा बुढ़ा साहिब जी नूं पहले हैड ग्रंथी बनाया, तो बाबा बुढ़ा साहिब जी ये निपुण सन शस्त्र चलाउण दे विच। अज भी दरबार साहिब तुसी जांदे जे, दो श्री साहिबाना तुहानूं उत्थे मिलदियां ने। भावें कि ये गल कही जाती है, मैं इस विषय नूं नहीं जाना कि दरबार साहिब दे विच जिहड़ा जयकारा नहीं लाया जाता, भगती का केवल प्रतीक है। पर तुसी अगों दी मत्था टेकन आओ, वड्डी लाइन थानी अगे महाराज दे स्वरूप अगे श्री साहिब है, निक्की लाइन थानी मत्था टेकन जाओ तो किते देखियो सिंह साहिब बैठे होंदे ने, उन्हां दे अगे ताबियां ते थल्ले भी श्री साहिब पई होई है। ये सिद्धांत है गुरु घर दे। इत्थे हरेक काम दे नाल शस्त्र है। सो मैं गल नेड़े रखा, गुरु हरगोबिंद साहिब महाराज जी ने शस्त्र धारी होना सी। जिस वेले दो श्री साहिबान धारण कीतियां ते उस वेले जिहड़े ईरखालू लोग सन, उन्होंने अगे ही ईरखा करते सन। उन्होंने होर गल चुभी भी जिहड़े कल्ले माला फेरन वाले सन, अज इन्हां दे हत्थ दे विच शस्त्र आ गए ने, पता नहीं हुण इन्हां की कर देना। जो गुरु नानक साहिब जी पंडितां नूं भाजड़ा पाउंदे ने, गुरु नानक साहिब जी दे सवालों के जवाब जिहड़े इन्हां लोकां दे कोल नहीं हुंदे, उन्होंने पता सी जे जुबान दे नाल नहीं असीं सिखां नूं जित सके, इन्हां दे हत्थ किरपान आ गई तो असीं किरपान दे नाल कित्थों इन्हां नूं जित लवांगे। पहला कारण बनिया गुरु हरगोबिंद साहिब महाराज जी दे द्वारा ये शस्त्र धारण करन दा। जिस वेले शस्त्र धारण कीते सतगुरां ने, उस तो बाद फिर सिख संगतां दे विच एक तकरीर कीती गुरु हरगोबिंद साहिब महाराज जी ने। कहन लगे, सिखो गुरु अर्जुन साहिब महाराज जी की शहादत हुई है, दिन दिहाड़े सतगुरां नूं तत्तियां तवियां ते बिठा के जिहड़ा शहीद कर दिता गया, सीस दे विच गर्म रेता पाया गया। तुहाडा खून इन्ना क ठंडा है, तुहाडे अंदर भावना नहीं अपने गुरु पिता का बदला लैण दी। जिहड़ियां गुलामी दी जंजीरां हकूमत दे द्वारा पईयां होईयां ने, इन्हां नूं माला फेर के नहीं, इन्हां नूं शस्त्रां दे नाल कटना पवेगा। अज तो बाद जे कोई गुरु घर दे विच भेटा लैके आउंदा है, तो सब तो चंगी भेटा होवेगी कोई शस्त्र लैके आवे, सब तो चंगी भेटा होवेगी कोई चंगे घोड़े लैके आवे, सब तो चंगी भेटा होवेगी कोई चढ़दी जवानी लैके आवे। तो याद रखियो, तरन तारण सरहाली दे नगर दे 500 सिंघां दा जथा उठ के हाजिर होया सी कि दाता जी असीं तुहाडे चरनां दे विच हाजिर हां। अज तो बाद ये शरीर, ये जिंद जान तुहाडे चरनां च तुहाडे तो वार दित्ती जावेगी। सानू 2 वक्त का प्रशादा तो 6 महीनों बाद एक जिहड़ा सी चोला दे दिओ। आखिर गुरु हरगोबिंद साहिब महाराज जी ने जिहड़ा सी वो फौज इकट्ठी करनी शुरू कर दी। दूसरा कारण यह भी बनता है, जो फौज की गिनती ज़्यादा होने लगी, इन्हां फौज नूं फिर सतगुरु गुरु हरगोबिंद साहिब महाराज जी ने 5 वड्डे जत्थियां दे विच वंडिया। 5 वड्डे जत्थियां दे विच वंड के तो मैं अज पढ़ रहा सा प्रिंसीपल सतबीर सिंह हुणां नूं, उन्होंने ये भी गल लिखी है कि 52 94 जिहड़े चोटी दे उस वेले योधे सन, उन्होंने गुरु हरगोबिंद साहिब महाराज जी ने अपने नाल बॉडीगार्ड दे वजों भी रखिया सी। जे शस्त्र धारण करने ने तो 52 वो सूरमे जिहड़े उस समय दे सिर कट सन, उन्होंने गुरु हरगोबिंद साहिब महाराज जी ने अपने नाल रखिया। वो हर वेले गुरु हरगोबिंद साहिब महाराज जी दे नाल रहिंदे सन। दूसरा कारण सी सतगुरां दे द्वारा फौज नूं इकत्तर करना। तीसरा कारण बनिया, आखिर जिथे शस्त्र धारण किए गए, जिथे मेरे सतगुरां ने योधियां नूं इकत्तर किया, उत्थे हुण जिथे राजसी चिन्ह हौली हौली इकट्ठे हो रहे हैं, उत्थे राजसी दबदबा नूं लोकां दे मनां चों कढाउण वास्ते लोड़ सी राज तख्त तो उच्चा जिहड़ा तख्त लाया जाए। हरमंदर साहिब दे सामने, दरबार साहिब दे सामने जिथे कदी कुश्तियां हुंदियां सन, अज भाई गुरदास ते बाबा बुढ़ा साहिब जी नूं बुलाया गया
ਤੇ ਇਹਨਾਂ ਦੇ ਕਰ ਕਮਲਾਂ ਦੇ ਨਾਲ ਯਾਦ ਰੱਖਿਓ ਜਿਹੜਾ ਅਕਾਲ ਤਖਤ ਸਾਹਿਬ ਹੈ ਨਾ, ਇਹਨੂੰ 3 ਹਸਤੀਆਂ ਨੇ ਬਣਾਇਆ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਭਾਈ ਗੁਰਦਾਸ ਜੀ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ। ਕਹਿਣ ਲੱਗੇ ਇਹ ਇਤਿਹਾਸ ਦੇ ਬੋਲ ਨੇ, किसी राज ने हाथ लगायो, बुढ़े आओ गुरदास बनायो। ये अकाल तख्त साहब का जिहड़ा थड़ा सी जां अकाल बूंगा जिन्हों असीं कहने सां पहलां, उन्होंने बाबा बुढ़ा साहब भाई गुरदास जी 6वें पातशाह ने बनाया है। क्योंकि अकाल दा तख्त की सिरजना ही वो कर सकता है जिहड़ा अकाल दे विच अभेद, इत्थे कोई मिस्त्री नहीं लगा। गुरु हरगोबिंद साहब महाराज जी ने अकाल बूंगा रचिया, अकाल तख्त की सिरजना की। ਜਿਹੜੇ फैसले राज दरबारां दे विच रिश्वत लैके ਜਿਹੜੇ सन अमीरां दे हक दे विच कर दिते जांदे सन, जिथे गरीब की सुनवाई नहीं सी हुंदी, उत्थे अकाल तख्त साहब दे उत्ते गुरु हरगोबिंद साहब महाराज जी विराजमान हो के ते लोकां दे ਜਿਹੜੇ झगड़े झेड़े नपेड़दे सन ते उस तो लैदा ਜਿਹੜੇ निजी मामले सन उन्हां दे विच भी जिहड़ा सी घरेलू गल लड़ाई झगड़ा कोई होर मसला पै गया उन्हां नूं भी उत्थे निपटारिया जांदा सी। ये अकाल तख्त गुरु हरगोबिंद साहब महाराज जी ने सिरजिया। ये तीसरा कारण बनिया इस ग्वालियर की कैद का। यह हकूमत के अखां दे विच रड़कदा सी। याद रखियो ये दिल्ली के तख्त दे नाल उच्चा सी। ये गल वखरी है कि अज इस कई वारी सानू कहना पैंदा कि तख्तां ते बैठण वाले किसी हकूमत के गुलाम हो जाण, पर याद रखियो इस तख्तां ते बैण वाले जिहड़े जथेदार ने वो इन्नी क जुरत भी रखते रहे ने कि समय के जिहड़े राजे नूं भावें वो शेरे पंजाब वर्गा क्यों ना होवे, उहनूं भी कोरड़े मारन की जुरत इत्थों का जथेदार रखदा हुंदा सी। ये अकाल तख्त का सिद्धांत गुरु हरगोबिंद साहब महाराज जी ने सिरजिया। जिस वेले अकाल तख्त की सिरजना हो गई, फौज इकट्ठी हुई है, शस्त्र धारण कीते ने, सतगुरु राजसी चिन्ह धारण करते हैं, जिथे गुरु नानक साहब तो लैके गुरु अर्जुन साहब महाराज जी तक सीस दे उत्ते सेली टोपी सजाई जाती सी। उस तो बाद गुरु हरगोबिंद साहब महाराज जी ने उस सेली टोपी नूं एक पासे रख के ते सीस दे उत्ते पावन दुमाला सजाया है। जिहड़े दुमाले की पिरत गुरु हरगोबिंद साहब तो है। उस तो बाद गुरु हरगोबिंद साहब महाराज जी ने कलगी लाई है। आप नूं ज्ञात होवे गुरु हरगोबिंद साहब महाराज जी ने बाज भी रखिया सी। असी ठीक है गुरु कलगीधर पातशाह महाराज जी नूं बाजां वाला कहने, 4 गुरु साहिबाना ने बाज रखिया है, ये एक वखरा विषय है। गुरु हरगोबिंद साहब महाराज जी ने कलगी सजाई, गुरु हरगोबिंद साहब महाराज जी ने बाज रखिया। चंगे तो चंगे सतगुरां ने घोड़े इकट्ठे कीते, नौजवान इकट्ठे कीते, शस्त्र इकट्ठे कीते। ये सारे दे सारे कारण बनते जा रहे हैं गुरु हरगोबिंद साहब महाराज जी के खिलाफ कि इन्हां नूं किसी ना किसी तरीके दे नाल जिहड़ा सी वो नज़रबंद कर दिता जाए। जो इन्ना कुछ हो गया, अकाल तख्त साहब की सिरजना हो गई, तो याद रखियो ये अकाल तख्त का सिद्धांत से जिहड़े फैसले ये संगत दे विच करने हुंदे सन जां कौमी फैसले सन, उन्होंने बिल्कुल तख्त के उत्ते बैठ के सारी संगत दे विच स्पष्ट कर दिता जाता सी। अज तो काम ही सारा उल्टा होया पिया है। अज जिहड़े कौमी फैसले ने अंदर बह के कर दिते जाते हैं, जिहड़ा निजी किसी की परसनल लाइफ नहीं शेयर करनी चाहिए उन्होंने माइक दे विच बोल दिता जाता है। पर गुरु साहब जिहड़े निजी फैसले सन, हो सकता किसी सिख की अपनी इज्जत की गल होवे वो अंदर बह के कर देनी, पर जिहड़ी गल कौमी हुंदी सी वो बिल्कुल डंके की चोट दे नाल तख्त ते बह के ललकार के करते हुंदे सन। जंगी अभ्यास होए, जंगी करतब होए, ट्रेनिंग दिती जाती रही। इत्ते वेखण वाले लोग ये कह रहे सन कि गुरु हरगोबिंद साहब महाराज जी ने जिहड़े इरखालू सन उन्हां दे बोल सन कि गुरु हरगोबिंद साहब महाराज जी ने जिहड़ा सिद्धांत गुरु पिता वाला छड्ड के पहले 5 गुरु साहबाना वाला छड्ड के ते हुण राजसी चिन्ह धारण करके ते राजियां वाला धारण कर लिया है। ये इउं जापदा कि भगती की लहर तो परे जा रहे हैं, पर इन्हां लोकां नूं इन्ना नहीं सी पता ये भगती ते शक्ति नूं इकट्ठे पे करदे ने। उस तो बाद तुसीं अमृतसर के 12 गेट देखते जे, जो घूमते जे एक लोहगढ़ का किला मिलता है। अमृतसर की पक्याई वास्ते जां इहदी सेफ्टी वास्ते मैं कह देवां गुरु हरगोबिंद साहब महाराज जी ने लोहगढ़ का किला तैयार करवाया है। जो किलाबंदी हुई, संगतां वल्लों भेटावां आउण लग पईयां, शस्त्र आउण लग पे, ये सारे कारण इकट्ठे हुंदियां हुंदियां आखिर फिर चंदू रलिया, मेहरबान रलिया, गुरु घर दे दोखी जिहड़े सन वो रले। इन्हां ने रल के ते जहांगीर दे कोल शिकायत कर दित्ती। ये कुछ कारण ने जिहदे कारण जिहड़ा गुरु हरगोबिंद साहब महाराज जी के खिलाफ ये गल भड़काई गई। जो जहांगीर दे कोल शिकायतां पहुंचियां
ਤੇ ਇਹ ਗੱਲ ਕਹੀ ਗਈ ਜਹਾਂਗੀਰ ਨੂੰ ਕਿ ਜਹਾਂਗੀਰ, ਜੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖੀ ਇਦਾਂ ਹੀ ਪ੍ਰਫੁੱਲਤ ਹੁੰਦੀ ਰਹੀ ਤੇ ਪੰਜਾਬ ਦੀ ਧਰਤੀ ਤੋਂ ਰਾਜ ਜਿਹੜਾ ਸਾਡੇ ਹੱਥੋਂ ਜਾਂਦਾ ਰਹੇਗਾ। ਅਸੀਂ ਜਿਹੜਾ ਉਹ ਪੰਜਾਬ ਦੇ ਉੱਤੇ ਮੁਕੰਮਲ ਤੌਰ ਤੇ ਰਾਜ ਨਹੀਂ ਕਰ ਸਕਦੇ, ਕਿਉਂਕਿ ਸਿੱਖਾਂ ਦਾ ਤੇ ਅੱਗੇ ਨਹੀਂ ਸੀ ਅਸੀਂ ਕੋਈ ਮੁਕਾਬਲਾ ਕਰ ਸਕਦੇ। ਹੁਣ ਸਿੱਖਾਂ ਨੇ ਜਿਹੜੇ ਨੇ ਸ਼ਸਤਰ ਧਾਰਨ ਕਰ ਲਏ ਨੇ। ਆਖਰ ਇੱਥੋਂ ਦਾ ਗਵਰਨਰ ਬਾਅਦ ਦੇ ਵਿੱਚ ਜਹਾਂਗੀਰ ਲਾਉਂਦਾ ਜੀ ਮੁਰਤਜ਼ਾ ਖਾਨ ਨੂੰ। ਮੁਰਤਜ਼ਾ ਖਾਨ ਪਹਿਲਾਂ ਬੜਾ ਪਾਪੀ ਸੀ। ਇਹਨੇ ਪੰਜਾਬ ਦੇ ਵਿੱਚ ਆਉਂਦਿਆਂ ਹੀ ਜਿਹੜਾ ਸੀ ਤੜਫੱਲੀ ਮਚਾਈ। ਜਹਾਂਗੀਰ ਨੇ ਇਨਾਮ ਵਜੋਂ ਬਾਅਦ ਦੇ ਵਿੱਚ ਇਹਦੀ ਝੋਲੀ ਦੇ ਵਿੱਚ ਸਾਰਾ ਪੰਜਾਬ ਪਾ ਦਿੱਤਾ। ਹੁਣ ਮੁਰਤਜ਼ਾ ਖਾਨ ਆਣ ਕੇ ਜਦੋਂ ਇੱਥੇ ਕੁਝ ਦੇਖਦਾ ਹੈ ਇੱਥੋਂ ਦੇ ਹਾਲਾਤ, ਉਹ ਫਿਰ ਇੱਕ ਚਿੱਠੀ ਲਿਖਦਾ ਹੈ ਜਹਾਂਗੀਰ ਨੂੰ, ਜਿਹਦੇ ਵਿੱਚ ਭੜਕਾਊ ਸ਼ਬਦ ਵਰਤੇ ਜਾਂਦੇ ਨੇ। ਇਹ ਗੱਲ ਕਹੀ ਜਾਂਦੀ ਹੈ ਕਿ ਜਹਾਂਗੀਰ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਾ ਰੋਕਿਆ ਗਿਆ ਤੇ ਸਾਡੇ ਸਾਮਰਾਜ ਨੂੰ ਜਿਹੜਾ ਉਹ ਬੜਾ ਤਗੜਾ ਖਤਰਾ ਪੈਦਾ ਹੋ ਸਕਦਾ ਹੈ। ਆਖਰ ਫਿਰ ਜਹਾਂਗੀਰ ਨੇ ਵਿਉਂਤ ਬਣਾਈ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ, ਤੇ ਮੁਰਤਜ਼ਾ ਖਾਨ ਨੇ ਗਾਂ ਜਿਹੜਾ ਉਹ ਵਜ਼ੀਰ ਖਾਨ ਨੂੰ ਕਹਿ ਕੇ ਨਾਲ ਇੱਕ ਹੋਰ ਐਲਕਾਰ ਭੇਜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਧੋਖੇ ਦੇ ਨਾਲ ਆਗਰੇ ਦੀ ਧਰਤੀ ਤੇ ਬੁਲਾਇਆ। ਇੱਥੇ ਇੱਕ ਗੱਲ ਯਾਦ ਰੱਖਣ ਯੋਗ ਹੈ ਜੀ, ਇਤਿਹਾਸ ਦੇ ਵਿੱਚ 2 ਵਜ਼ੀਰ ਖਾਂ ਆਉਂਦੇ ਨੇ। ਇਹ ਮੈਂ ਤਾਂ ਸਪਸ਼ਟ ਕਰ ਦੇਵਾਂ, ਕਈ ਵਾਰੀ ਇਹ ਗੱਲ ਥੋੜੀ ਜੀ ਨਹੀਂ ਸਪਸ਼ਟ ਹੁੰਦੀ ਤੇ ਬਾਅਦ ਦੇ ਵਿੱਚ ਸਵਾਲ ਉੱਠ ਪੈਂਦੇ ਨੇ ਕਿ ਬਾਬਾ ਜੀ ਇਦਾਂ ਬੋਲ ਦਿੱਤਾ ਗਿਆ। ਇੱਕ ਵਜ਼ੀਰ ਖਾਂ 6ਵੇਂ ਪਾਤਸ਼ਾਹ ਵੇਲੇ ਹੋਇਆ ਹੈ, ਇੱਕ ਵਜ਼ੀਰ ਖਾਂ 10ਵੇਂ ਪਾਤਸ਼ਾਹ ਵੇਲੇ ਹੋਇਆ ਹੈ। 10ਵੇਂ ਪਾਤਸ਼ਾਹ ਵੇਲੇ ਦਾ ਵਜ਼ੀਰ ਖਾਂ ਗੁਰੂ ਘਰ ਦਾ ਖੂਨ ਦਾ ਪਿਆਸਾ ਸੀ। 6ਵੇਂ ਪਾਤਸ਼ਾਹ ਵੇਲੇ ਦਾ ਜਿਹੜਾ ਵਜ਼ੀਰ ਖਾਨ ਹੈ, ਯਾਦ ਰੱਖਿਓ, ਇਹ ਗੁਰੂ ਘਰ ਦਾ ਸ਼ਰਧਾਲੂ ਸੀ। ਇੱਕ ਖਿਣ ਮੈਂ ਵਿੱਚੋਂ ਨਿਕਲਿਆ, ਇਹ ਸਰਕਾਰੀ ਐਹਲਕਾਰ ਸੀ। ਇਹਨੂੰ ਜਲੌਧਰ ਦਾ ਰੋਗ ਸੀ। ਤੇ ਜਿੱਥੇ ਅੱਜ ਦੁੱਖ ਭੰਜਨੀ ਬੇਰੀ ਹੈ ਨਾ, ਯਾਦ ਰੱਖਿਓ ਇੱਥੇ ਅੰਮ੍ਰਿਤ ਸਰੋਵਰ ਦੀ ਸੇਵਾ ਹੋ ਰਹੀ ਸੀ। ਇਹ ਪੀੜ ਦੇ ਨਾਲ ਤੜਫਦਾ ਹੋਇਆ ਆਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਿਆ। ਬਾਬਾ ਬੁੱਢਾ ਸਾਹਿਬ ਜੀ ਨੇ ਟੋਕਰਾ ਲਾ ਕੇ ਇਹਦੇ ਢਿੱਡ ਤੇ ਮਾਰਿਆ ਸੀ ਤੇ ਕਿਹਾ ਤੂੰ ਗੁਰੂ ਦੀ ਬਾਣੀ ਸੁਣਿਆ ਕਰ। ਇਹ ਸੁਖਮਨੀ ਸਾਹਿਬ ਸੁਣ ਕੇ ਜਿਹੜਾ ਇੱਥੋਂ ਰਾਜੀ ਹੋਇਆ ਸੀ। ਅੱਜ ਅਸੀਂ ਦੁੱਖ ਭੰਜਨੀ ਬੇਰੀ ਕੱਲੀ ਪ੍ਰਚਲਿਤ ਤੇ ਕਰਕੇ ਰੱਖਦੀ, ਪਰ ਵਜ਼ੀਰ ਖਾਨ ਦਾ ਉਹ ਇੱਥੋਂ ਕੁਝ ਸਮਾਂ ਪਹਿਲਾਂ ਬੋਰਡ ਲੱਗਾ ਹੁੰਦਾ ਸੀ, ਪਰ ਉਹ ਹਟਾ ਦਿੱਤਾ ਗਿਆ। ਸੋ ਇਸ ਕਰਕੇ ਇਹ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਹੈ। ਤੇ ਹਕੂਮਤ ਜਦੋਂ ਵੀ ਚੱਲੇਗੀ, ਜਦੋਂ ਵੀ ਕੋਈ ਸਿਆਸੀ ਲੋਕ ਸਿਆਸਤ ਖੇਡੇਗਾ, ਉਹ ਉਹਨਾਂ ਲੋਕਾਂ ਨੂੰ ਸਾਹਮਣੇ ਰੱਖਦਾ ਜਿਹੜੇ ਸਾਡੇ ਹਮਾਇਤੀ ਹੁੰਦੇ ਨੇ, ਸਾਡੇ ਨਾਲ ਸਹਿਮਤ ਨੇ। ਆਖਰ ਜਹਾਂਗੀਰ ਨੇ ਮੁਰਤਜ਼ਾ ਖਾਨ ਨੇ ਗਾਂ ਡਿਊਟੀ ਲਾਤੀ ਵਜ਼ੀਰ ਖਾਨ ਦੀ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹੋ ਕਿ ਆਗਰੇ ਦੀ ਧਰਤੀ ਦੇ ਉੱਤੇ ਤੁਹਾਨੂੰ ਜਹਾਂਗੀਰ ਨੇ ਬੁਲਾਇਆ ਹੈ ਤੇ ਜਿਹੜੀ ਤੁਹਾਡੀ ਵੱਧਦੀ ਹੋਈ ਤਾਕਤ ਹੈ, ਇਹਦੇ ਬਾਰੇ ਕੁਝ ਜਿਹੜੇ ਮਸਲੇ ਉੱਠਦੇ ਨੇ ਉਹਨਾਂ ਬਾਰੇ ਕੇਵਲ ਤੇ ਕੇਵਲ ਵਿਚਾਰ ਗੋਸ਼ਟੀ ਕਰਨੀ ਹੈ, ਗੱਲਬਾਤ ਕੀਤੀ ਜਾਣੀ ਹੈ। ਹੁਣ ਸਤਿਗੁਰੂ ਜਾਣੀ ਜਾਣ ਨੇ। ਉਸ ਤੋਂ ਬਾਅਦ ਸਿੱਖਾਂ ਦੇ ਮਨ ਦੇ ਵਿੱਚ ਵੀ ਇਹ ਸ਼ੰਕਾ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਇਸੇ ਤਰੀਕੇ ਦੇ ਨਾਲ ਧੋਖੇ ਦੇ ਨਾਲ ਜਿਹੜਾ ਸੀ ਉਹ ਨਜਾਇਜ਼ ਦੋਸ਼ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਜੀ ਦੇ ਵੀ ਮਨਾਂ ਦੇ ਵਿੱਚ ਇਹ ਗੱਲ ਦਾ ਸ਼ੱਕ ਹੈ ਕਿ ਐਤਕੀ ਫਿਰ ਕੋਈ ਨਾ ਕੋਈ ਹਿਲ ਜੁਲ ਹੋਵੇਗੀ। ਪਰ ਆਖਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੋਂ ਫਿਰ ਅੰਮ੍ਰਿਤਸਰ ਦੀ ਧਰਤੀ ਤੋਂ ਨਾਲ ਕੁਝ ਸਿੱਖ ਜਾਂਦੇ ਨੇ, ਆਗਰੇ ਦੀ ਧਰਤੀ ਤੇ ਪਹੁੰਚਦੇ ਨੇ। ਜਿਸ ਵੇਲੇ ਆਗਰੇ ਪਹੁੰਚਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਿੱਲੀ ਦੇ ਰਸਤੇ ਉੱਥੇ ਕੁਝ ਸਮਾਂ ਰੁਕਦੇ ਨੇ। ਉੱਥੇ ਵਿਚਾਰ ਗੋਸ਼ਟੀਆਂ ਵੀ ਹੁੰਦੀਆਂ ਨੇ। ਆਗਰੇ ਜਾ ਕੇ ਉੱਥੇ ਫਿਰ ਮੁਰਤਜ਼ਾ ਖਾਂ ਆਪਣੇ ਕੁਝ ਸਮੇਂ ਅਧੀਨ ਰੱਖ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਰੇ ਫਿਰ ਜਹਾਂਗੀਰ ਨੂੰ ਰਿਪੋਰਟ ਦਿੰਦਾ ਹੈ। ਤੇ ਜਹਾਂਗੀਰ ਜਿਹੜਾ ਇਹ ਹੁਕਮ ਕਰ ਦਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਾਵੇ। ਇਸ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ ਨੇ ਉਹ ਕੈਦ ਕਰ ਦਿੱਤੇ ਜਾਂਦੇ ਨੇ। ਜਿਹੜਾ ਗਵਾਲੀਅਰ ਦਾ ਕਿਲਾ ਹੈ, ਇਹਦੇ ਬਾਬਤ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ ਸ਼ਾਹੀ ਕੈਦੀ ਰੱਖਣ ਦਾ ਰਿਵਾਜ ਅਕਬਰ ਬਾਦਸ਼ਾਹ ਨੇ ਸ਼ੁਰੂ ਕੀਤਾ ਸੀ। ਇਹ ਹੈ ਵੇਖਣ ਨੂੰ ਤੇ ਕਿਲਾ ਸੀ, ਪਰ ਇਹ ਕਿਲਾ ਇੱਕ ਕੈਦੀਆਂ ਦੇ ਆਮ ਕੈਦੀਆਂ ਵਾਲਾ ਨਹੀਂ ਸੀ। ਇਹਦੇ ਵਿੱਚ ਚੋਰੀ ਵਾਲੇ, ਡਕੈਤੀ ਵਾਲੇ, ਕਾਤਲ ਲੋਕ ਜਿਹੜੇ ਉਹ ਨਜ਼ਰਬੰਦ ਨਹੀਂ ਸੀ ਕੀਤੇ ਜਾਂਦੇ। ਇਹਦੇ ਵਿੱਚ ਜਿਹੜੇ ਉਹ ਲੋਕ ਬੰਦ ਕੀਤੇ ਜਾਂਦੇ ਸਨ ਜਿਹੜੇ ਹਕੂਮਤ ਦੇ ਬਾਗੀ ਸਨ। ਆਪਾਂ ਨੂੰ ਇਹਨਾਂ ਦਾ ਥੋੜ੍ਹਾ ਜਿਹਾ ਪਿਛੋਕੜ ਵੇਖਣਾ ਪਵੇਗਾ, ਕਿਉਂਕਿ 52 ਰਾਜੇ ਨਾਲ ਰਿਹਾ ਹੋਣੇ ਨੇ। ਅਸਲ ਦੇ ਵਿੱਚ ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਤੋਂ ਪਹਿਲਾਂ ਖੁਸਰੋ ਬਗਾਵਤ ਕਰਦਾ ਨਾ, ਇਹ ਪਿੱਛੇ ਆਪਾਂ ਵਾਚਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ। ਖੁਸਰੋ ਜਿਸ ਵੇਲੇ ਬਗਾਵਤ ਕਰਦਾ ਹੈ, ਉਹ ਤੇ ਚਲੋ ਫੜਿਆ ਗਿਆ। ਉਹਦੀ ਬਗਾਵਤ ਦੇ ਨਾਲ ਜਿਹੜੇ ਪਹਾੜੀ ਕੁਝ ਰਾਜੇ ਸਨ, ਇਹਨਾਂ ਨੇ ਵੀ ਬਗਾਵਤ ਸ਼ੁਰੂ ਰੱਖੀ। ਇਹਨਾਂ ਦੇ ਅੰਦਰ ਵੀ ਬਗਾਵਤ ਦੀ ਜਿਹੜੀ ਬਦਬੂ ਆਉਂਦੀ ਸੀ।
ਹੁਣ ਜਦੋਂ ਇਹਨਾਂ ਨੇ ਵੀ ਬਗਾਵਤ ਜਾਰੀ ਰੱਖੀ, ਈਨ ਮੰਨੋ ਕਈ ਥਾਵਾਂ ਤੋਂ ਇਨਕਾਰ ਕੀਤਾ, ਤੇ ਜਿਹੜੇ ਇਨਕਾਰੀ ਹੋਏ, ਜਿਹੜੇ ਬਾਗੀ ਹੋਏ ਹਕੂਮਤ ਤੋਂ, ਜਹਾਂਗੀਰ ਨੇ ਉਹਨਾਂ ਸਾਰਿਆਂ ਨੂੰ ਚੁੱਕ ਕੇ ਤੇ ਗਵਾਲੀਅਰ ਦੀ ਕੈਦ ਦੇ ਵਿੱਚ ਸੁੱਟ ਦਿੱਤਾ। ਇੱਥੇ ਜਿਹੜਾ ਵੀ ਆਉਂਦਾ ਸੀ ਇਹ ਰਾਜਸੀ ਘਰਾਂ ਦੇ ਰਾਜਪੂਤ ਸਨ, ਇੱਥੇ ਕੋਈ ਆਮ ਬੰਦਾ ਨਹੀਂ ਸੀ ਕੈਦ ਦੇ ਵਿੱਚ ਜਾਂਦਾ। ਇੱਥੇ ਦੇ ਵਿੱਚ ਇੰਨੀ ਕੁ ਜ਼ਿਆਦਾ ਇਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਕਿ ਸਾਰੀ ਦਿਹਾੜੀ ਕੈਦ ਦੇ ਵਿੱਚ ਰੱਖਿਆ ਜਾਣਾ, ਤੇ ਦਿਨੇ ਧੁੱਪ ਵੇਲੇ ਕੁਝ ਸੀਮਤ ਸਮਾਂ ਹੁੰਦਾ ਸੀ ਦਿਨ ਦੇ ਵਿੱਚ ਰੌਸ਼ਨੀ ਵੇਖਣ ਦਿੱਤੀ ਜਾਣੀ। ਉਸ ਤੋਂ ਬਾਅਦ ਇਹਨਾਂ ਨੂੰ ਰੋਟੀ ਦੇ ਵਿੱਚ ਕੱਚਾ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ, ਕਿਉਂਕਿ ਸਲੋ ਪੋਇਜ਼ਨ ਦਿੱਤਾ ਜਾਂਦਾ ਸੀ। ਹੌਲੀ ਹੌਲੀ ਇਹ ਅੰਦਰ ਜਿਹੜੀਆਂ ਸਨ ਅੱਡੀਆਂ ਰਗੜ ਰਗੜ ਕੇ ਮਰ ਜਾਣ। ਜਿਹੜੇ ਰੋਟੀ ਤੋਂ ਇਨਕਾਰੀ ਹੁੰਦੇ ਸਨ ਉਹਨਾਂ ਨੂੰ ਕਈ ਤਰੀਕਿਆਂ ਦੇ ਨਾਲ ਹੋਰ ਤਸੀਹੇ ਦੇ ਕੇ ਰੋਟੀ ਤੇ ਖਾਣੀ ਪੈਣੀ ਸੀ, ਤੇ ਉਹ ਜ਼ਹਿਰ ਦੇ ਕੇ ਹੌਲੀ ਹੌਲੀ ਖਤਮ ਕੀਤਾ ਜਾਣਾ। ਇੱਥੇ ਕੈਦੀ ਜਿਉਂਦੇ ਆਉਂਦੇ ਤਾਂ ਸਨ, ਜਿਵੇਂ ਮੈਂ ਆਰੰਭ ਦੇ ਵਿੱਚ ਗਿਆ, ਪਰ ਇੱਥੋਂ ਕਦੀ ਕੋਈ ਬਾਹਰ ਨਹੀਂ ਸੀ ਗਿਆ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਕਿਲੇ ਦੇ ਵਿੱਚ ਗਏ, ਗੁਰੂ ਘਰ ਬਾਰੇ ਤੇ ਇਹ ਪਹਿਲਾਂ ਲੋਕ ਜਾਣਦੇ ਸਨ, ਪਹਾੜੀ ਰਾਜੇ, ਇਹ 'ਚ ਕੋਈ ਦੋ ਰਹਿਵਾਂ ਨੇ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਤੇ ਇਹਨਾਂ ਨੂੰ ਜੀਵਨ ਦੀ ਇੱਕ ਕਿਰਨ, ਇੱਕ ਜੀਵਨ ਦੀ ਆਸ ਮਿਲੀ। ਮਨ 'ਚ ਆ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ, ਇਹ ਸਾਡਾ ਪਾਰ ਉਤਾਰਾ ਜ਼ਰੂਰ ਕਰਨਗੇ, ਕੋਈ ਨਾ ਕੋਈ ਸਾਡਾ ਮਸਲਾ ਹੱਲ ਜ਼ਰੂਰ ਹੋਵੇਗਾ। ਆਖਰ ਇੱਥੋਂ ਦਾ ਦਰੋਗਾ ਹੈ ਜੀ, ਜਿਹਨੂੰ ਅੱਜ ਜੇਲ੍ਹ ਸੁਪਰਡੈਂਟ ਕਹਿੰਦੇ ਨਾ ਆਪਾਂ, ਉਦੋਂ ਦਰੋਗਾ ਸ਼ਬਦ ਵਰਤਿਆ ਜਾਂਦਾ ਸੀ। ਇਹਦਾ ਨਾਮ ਹੈ ਹਰੀਦਾਸ। ਇਹ ਗੁਰੂ ਘਰ ਦਾ ਸ਼ਰਧਾਲੂ ਸੀ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ, ਇਹਨੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਹਿਣ ਲੱਗਾ, ਦਾਤਾ ਮੈਂ ਗਰੀਬ ਹਾਂ, ਮੈਂ ਨਿਤ ਆਸਾ ਰੱਖਦਾ ਸਾਂ ਕਿਤੇ ਤੁਸੀਂ ਮੈਨੂੰ ਆਣ ਕੇ ਗਰੀਬ ਨੂੰ ਦਰਸ਼ਨ ਬਖਸ਼ੋ, ਪਰ ਮੈਂ ਐਡਾ ਕੁ ਬਦਕਿਸਮਤ ਹਾਂ, ਤੁਸੀਂ ਮੇਰੇ ਕੋਲ ਚੱਲ ਕੇ ਤੇ ਆਏ, ਪਰ ਆਏ ਮੇਰੀ ਕੈਦ ਦੇ ਵਿੱਚ ਜੇ। ਦੂਜੀ ਗੱਲ ਇਹਨੇ ਕਹੀ, ਕਹਿਣ ਲੱਗਾ, ਦਾਤਾ ਜੀ ਇੱਥੋਂ ਦਾ ਪ੍ਰਸ਼ਾਦਾ ਨਾ ਛਕਿਓ। ਕੁਝ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਿਲਾਂ ਸੁਚੇਤ ਸਨ, ਕੁਝ ਦਰੋਗੇ ਨੇ ਕਰ ਦਿੱਤਾ। ਕਹਿਣ ਲੱਗੇ ਇੱਥੋਂ ਦਾ ਪ੍ਰਸ਼ਾਦਾ ਨਾ ਛਕਿਓ, ਇੱਥੇ ਜਿਹੜਾ ਪ੍ਰਸ਼ਾਦੇ ਦੇ ਵਿੱਚ ਜਿਹੜਾ ਕੱਚਾ ਜ਼ਹਿਰ ਦਿੱਤਾ ਜਾਂਦਾ ਹੈ, ਸਤਿਗੁਰੂ ਤੁਸੀਂ ਕਿਰਪਾ ਕਰੋ, ਮੈਨੂੰ ਹੁਕਮ ਬਖਸ਼ੋ, ਤੁਹਾਡੇ ਵਾਸਤੇ ਜਿਹੜਾ ਪ੍ਰਸ਼ਾਦਾ ਮੈਂ ਆਪਣੇ ਘਰੋਂ ਤਿਆਰ ਕਰਕੇ ਲਿਆ ਦਿਆ ਕਰਾਂਗਾ। ਕੁਝ ਪ੍ਰਸ਼ਾਦਾ ਦਰੋਗਾ ਲੈ ਕੇ ਆਉਂਦਾ ਸੀ, ਤੇ ਕਈ ਵਾਰ ਪ੍ਰਸ਼ਾਦਾ ਕੁਝ ਸਿੱਖਾਂ ਜਿਹੜੇ ਸਨ, ਗੁਰੂ ਦੇ ਸਿੱਖ ਗਵਾਲੀਅਰ ਦੇ ਆਸ-ਪਾਸ ਵਾਲੇ, ਉਹ ਪ੍ਰਸ਼ਾਦਾ ਲੈ ਕੇ ਆਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਕਿਲੇ ਦਾ ਪ੍ਰਸ਼ਾਦਾ ਨਹੀਂ ਸੀ ਛਕਦੇ। ਆਖਰ ਦਰੋਗੇ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਕੈਦ ਦੇ ਵਿੱਚ ਰਹੇ। ਇਹਦੇ ਬਾਰੇ ਵਿਦਵਾਨਾਂ ਦੀਆਂ ਆਪੋ ਆਪਣੀਆਂ ਰਾਇਵਾਂ ਨੇ। 12-12 ਸਾਲ ਦੀ ਵੀ ਗੱਲ ਕਹੀ ਜਾਂਦੀ ਹੈ, ਹੋ ਸਕਦਾ 12 ਸਾਲ ਦੇ ਬਾਰੇ ਇਹ ਗੱਲ ਕਹੀ ਗਈ ਹੋਵੇ ਕਿ 12 ਸਾਲ ਕੈਦ ਰੱਖਣਾ ਹੈ, ਪਰ ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਜਦੋਂ ਇਹਨਾਂ ਨੂੰ ਚੰਦੂ ਵਰਗੇ ਪਾਪੀ ਬੰਦਿਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਪ੍ਰਸ਼ਾਦਾ ਨਹੀਂ ਛਕਿਆ, ਇਹਨਾਂ ਨੇ ਹਰ ਦੂਸਰੀ ਜੁਗਤ ਰਲੀ। ਇਹਨੇ ਕੀ ਕੀਤਾ ਜੀ, ਇੱਕ ਚੋਲਾ ਤਿਆਰ ਕਰਵਾਇਆ, ਉਸ ਚੋਲੇ ਦੇ ਰੇਸ਼ਿਆਂ ਦੇ ਵਿੱਚ ਜ਼ਹਿਰ ਮਿਲਾਇਆ। ਜ਼ਹਿਰ ਮਿਲਾ ਕੇ ਆਪਣੇ ਪੁੱਤਰ ਦੇ ਹੱਥ, ਕੋਈ ਕਹਿੰਦਾ ਇਹਦਾ ਪੁੱਤਰ ਆਇਆ, ਕੋਈ ਕਹਿੰਦਾ ਚੰਦੂ ਆਪ ਆਇਆ, ਚੱਲ ਕੇ ਦਰੋਗੇ ਦੇ ਕੋਲ ਪਹੁੰਚਦੇ ਨੇ, ਹਰੀਦਾਸ ਦੇ ਕੋਲ। ਇਹਨੂੰ ਆਣ ਕੇ ਕਹਿੰਦੇ ਨੇ ਕਿ ਇਹ ਚੋਲਾ ਜਿਹੜਾ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਵਾਉਣਾ ਹੈ। ਹੁਣ ਇਹ ਸਾਰਿਆਂ ਨੂੰ ਪਤਾ ਸੀ ਚੰਦੂ ਗੁਰੂ ਘਰ ਦਾ ਦੋਖੀ ਹੈ। ਦਰੋਗਾ ਪੁੱਛਣ ਲੱਗਾ, ਕਹਿਣ ਲੱਗੇ ਤੂੰ ਇੰਨਾ ਭਾਵਨਾ ਵਾਲਾ ਤੇ ਜਾਪਦਾ ਨਹੀਂ, ਇਹ ਚੋਲਾ ਲੈ ਕੇ ਆਇਆ, ਇਹਦਾ ਮਾਜਰਾ ਕੀ ਹੈ? ਉਹਨੇ ਦੱਸ ਦਿੱਤਾ। ਕਹਿਣ ਲੱਗੇ ਅਸਲ ਦੇ ਵਿੱਚ ਇਸ ਚੋਲੇ ਦੇ ਰੇਸ਼ਿਆਂ ਦੇ ਵਿੱਚ ਜ਼ਹਿਰ ਲੱਗਾ ਹੋਇਆ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਧਾਰਨ ਕਰਨਗੇ, ਜਦੋਂ ਪਸੀਨਾ ਆਵੇਗਾ, ਪਸੀਨੇ ਦੇ ਨਾਲ ਜਿਹੜਾ ਸੀ ਜ਼ਹਿਰ ਇਹਨਾਂ ਦੀ ਬੋਡੀ 'ਚ ਜਾਵੇਗਾ, ਹੌਲੀ ਹੌਲੀ ਇਹ ਚੜਾਈ ਕਰ ਜਾਣਗੇ। ਦਰੋਗਾ ਕਹਿਣ ਲੱਗਾ ਠੀਕ ਹੈ, ਤੂੰ ਚੋਲਾ ਮੈਨੂੰ ਦੇ ਤਾ, ਤੇਰੀ ਮਰਜ਼ੀ, ਤੂੰ ਜਾ। ਉਹ ਉੱਥੇ ਇਹਨੇ ਚੰਦੂ ਨੇ ਕਿਹਾ, ਕਹਿਣ ਲੱਗਾ ਮੇਰੇ ਸਾਹਮਣੇ ਪਵਾ। ਹਾਰ ਕੇ ਉਹਨੂੰ ਵਿਚਾਰੇ ਨੂੰ ਇਹ ਗੱਲ ਕਹਿਣੀ ਪਈ। ਕਹਿਣ ਲੱਗਾ ਤੇਰਾ ਕੰਮ ਸੀ ਚੋਲਾ ਲਿਆਉਣਾ, ਜ਼ਿੰਮੇਵਾਰੀ ਮੇਰੀ ਹੈ ਇੱਥੋਂ ਦਾ ਦਰੋਗਾ, ਮੈਂ ਹਾਂ ਚੋਲਾ ਪਵਾਉਣਾ ਜਾਂ ਨਹੀਂ ਪਵਾਉਣਾ ਇਹ ਮੇਰੇ ਤੇ ਡਿਪੈਂਡ ਕਰਦਾ, ਤੂੰ ਆਪਣੇ ਰਸਤੇ ਨੂੰ ਫੜ ਲਾ। ਆਖਰ ਦਰੋਗੇ ਨੇ ਉਹ ਚੋਲਾ ਤੇ ਰੱਖ ਲਿਆ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਹਿਨਣ ਨਾ ਦਿੱਤਾ, ਨਾਲ ਹੀ ਸੁਚੇਤ ਕਰ ਦਿੱਤਾ, ਸਤਿਗੁਰੂ ਆ ਵੀ ਵਾਰ ਕੀਤਾ ਗਿਆ ਹੈ। ਆਖਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਧਰ ਗਵਾਲੀਅਰ ਦੀ ਕੈਦ ਦੇ ਵਿੱਚ ਨੇ। ਇੱਧਰ ਮਗਰਲੇ ਪਾਸੇ ਜਦੋਂ ਅਸੀਂ ਹਰਿਮੰਦਰ ਸਾਹਿਬ ਦੇਖਦੇ ਹਾਂ, ਇੱਥੇ ਦੋ ਪ੍ਰਮੁੱਖ ਗੁਰੂ ਦੇ ਇਹੋ ਜਿਹੇ ਸਿੱਖ ਨੇ ਜਿਹੜੇ ਉਮਰ ਕਰਕੇ ਤੇ ਵਡੇਰੀ ਉਮਰ ਦੇ ਨੇ। 100 ਸਾਲ ਤੋਂ ਤਕਰੀਬਨ ਬਾਬਾ ਬੁੱਢਾ ਸਾਹਿਬ ਜੀ ਟੱਪ ਚੁੱਕੇ ਨੇ, 70 ਸਾਲ ਦੇ ਕਰੀਬ ਭਾਈ ਗੁਰਦਾਸ ਜੀ ਹੋ ਚੁੱਕੇ ਨੇ। ਇਹ ਉਹ ਦੋ ਸਿੱਖੀ ਦੇ ਸਥੰਭ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕੈਦ ਤੋਂ ਬਾਅਦ ਮਗਰੋਂ ਜਿਹੜਾ ਸੀ ਸਿੱਖ ਕੌਮ ਨੂੰ ਸਾਂਭਣ ਦਾ ਯਤਨ ਕੀਤਾ, ਕਿਉਂਕਿ ਮੀਣੇ ਆਪਣਾ ਜ਼ੋਰ ਪਾ ਰਹੇ ਨੇ, ਧੀਰ ਮੱਲੀਏ ਆਪਣਾ ਜ਼ੋਰ ਪਾ ਰਹੇ ਸਨ, ਗੁਰੂ ਘਰ ਦੇ ਦੋਖੀ ਜਿਹੜੇ ਉਹ ਆਪਣਾ ਜ਼ੋਰ ਲਾ ਰਹੇ ਸਨ। ਪਰ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਪ੍ਰਚਾਰ ਕਰਕੇ
ਤੇ ਇਹਨਾਂ ਦੇ ਵਿੱਚ ਜਿਹੜਾ ਸੀ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਸੀ ਉਹ ਗੁਰੂ ਨਾਨਕ ਦੇ ਘਰ ਦੇ ਨਾਲੋਂ ਪਿਆਰ ਘਟਣ ਨਾ ਦਿੱਤਾ। ਜਦੋਂ ਕੁਝ ਸਮਾਂ ਬਤੀਤ ਹੋਇਆ, ਖਬਰਾਂ ਆਉਂਦੀਆਂ ਗਈਆਂ ਆਗਰੇ ਤੋਂ ਗਵਾਲੀਅਰ ਚਲੇ ਗਏ ਤੇ ਇੱਥੇ ਇਹ ਵੀ ਗੱਲ ਫੈਲਾ ਦਿੱਤੀ ਗਈ ਜੀ ਜਹਾਂਗੀਰ ਬਿਮਾਰ ਹੈ, ਉਹਦੇ ਵਾਸਤੇ ਸਤਿਗੁਰੂ ਚਾਲੀਸਾ ਕੱਟਣ ਗਏ ਨੇ। ਪਰ ਸਿੱਖ ਕੌਮ ਨੂੰ ਪਤਾ ਸੀ ਨਾ ਤੇ ਕੌਮ ਚਾਲੀਸੇ ਨੂੰ ਮੰਨਦੀ ਹੈ। ਦੂਸਰੀ ਗੱਲ ਸੀ, ਇਹ ਗੱਲ ਸਪਸ਼ਟ ਸੀ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਜਾਂਦਾ ਉਹ ਕੈਦੀ ਜਾਂਦਾ ਹੈ ਤੇ ਬਾਗੀ ਜਾਂਦਾ, ਉਹ ਕਦੀ ਵਾਪਸ ਨਹੀਂ ਆਉਂਦਾ। ਆਖਰ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਇੱਥੇ ਜਿਹੜਾ ਸੀ ਸਿੱਖ ਸੰਗਤਾਂ ਨੂੰ ਇਕੱਤਰ ਕੀਤਾ। ਉਹ ਇਕੱਤਰ ਕਰਨ ਦਾ ਜਿਹੜਾ ਢੰਗ ਸੀ ਉਹ ਚੌਂਕੀਆਂ ਦੁਆਰਾ ਕੀਤਾ ਗਿਆ। ਇਹ ਚੌਂਕੀ ਦਾ ਅਰਥ ਹੁੰਦਾ ਜੀ 4 ਜਾਣਿਆਂ ਨੂੰ ਬੈਠਣ, ਜਾਂ ਚੌਂਕੜੀ ਜਾਂ 4 ਜਾਣਿਆਂ ਦੇ ਬੈਠਣ ਨੂੰ ਚੌਂਕੀ ਕਿਹਾ ਜਾਂਦਾ ਹੈ। ਇੱਕ ਚੌਂਕੀ ਅਸੀਂ ਘਰੇ ਫੱਟੀ ਵਾਸਤੇ ਸ਼ਬਦ ਵਰਤਦੇ ਹਾਂ, ਇੱਕ ਚੌਂਕੀ ਇਹ ਹੁੰਦੀ। ਇਹ ਜਿਹੜੀ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਨੇ ਕੱਢੀ, ਇਹਦਾ ਅਰਥ ਕੁਝ ਵਿਦਵਾਨਾਂ ਨੇ ਰੋਸ ਵਜੋਂ ਵੀ ਕੀਤਾ ਹੈ। ਹਕੂਮਤ ਦੇ ਪ੍ਰਤੀ ਰੋਸ ਸੀ। ਦਿਨ ਵੇਲੇ ਸੰਗਤਾਂ ਨੂੰ ਜਾ ਕੇ ਸੁਚੇਤ ਨਹੀਂ ਸੀ ਕੀਤਾ ਜਾ ਸਕਦਾ ਹਕੂਮਤ ਦੇ ਕਾਰਨ, ਤੇ ਰਾਤ ਵੇਲੇ ਜਿਹੜੇ ਸਨ ਸਿੱਖ ਜਾਣੇ ਘਰੋਂ ਘਰੀ ਜਾ ਕੇ ਸਿੱਖਾਂ ਨੂੰ ਸੁਚੇਤ ਕਰਨਾ ਸਿੱਖੋ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਨੇ। ਜੇ ਹੁਣ ਵੀ ਅਸੀਂ ਕੁਝ ਨਾ ਕੀਤਾ ਸ਼ਸਤਰਧਾਰੀ ਹੋ ਕੇ ਵੀ, ਤੇ ਫਿਰ ਸਿੱਖ ਕੌਮ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ। ਇਹਨਾਂ ਸਮਿਆਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਕੁਝ ਚੌਂਕੀਆਂ ਕੱਢੀਆਂ। ਜਦੋਂ ਅਸੀਂ ਗੁਰੂ ਘਰ ਦੀ ਮਰਿਆਦਾ ਦੇਖਦੇ ਹਾਂ, ਸਾਨੂੰ 3 ਚੌਂਕੀਆਂ ਮਿਲਦੀਆਂ ਨੇ। ਇੱਕ ਹੈ ਜੀ ਸਾਡੀ ਨਿਤਨੇਮ ਦੀ ਚੌਂਕੀ, ਦੂਸਰੀ ਹੈ ਯਾਤਰੂ ਚੌਂਕੀ, ਤੀਸਰੀ ਹੈ ਇਤਿਹਾਸਕ ਚੌਂਕੀ। ਨਿਤਨੇਮ ਦੀਆਂ ਚੌਂਕੀਆਂ ਇਹ ਮਰਿਆਦਾ ਦਰਬਾਰ ਸਾਹਿਬ ਦੀ ਹੈ, ਜਿਹਦੇ ਵਿੱਚ ਲੱਗਦੀ ਹੈ ਜੀ ਬਿਲਾਵਲ ਦੀ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਉਸ ਤੋਂ ਬਾਅਦ ਚਰਨ ਕਮਲ ਦੀ ਚੌਂਕੀ, ਉਸ ਤੋਂ ਬਾਅਦ ਸੋਦਰ ਦੀ ਚੌਂਕੀ। ਚਲੋ ਬਾਕੀ ਬਾਅਦ 'ਚ ਚੌਂਕੀਆਂ ਵਿੱਚ ਐਡ ਹੋ ਗਈਆਂ, ਕਲਿਆਣ ਦੀ ਚੌਂਕੀ ਜਾਂ ਹੋਰ 3 ਪੈਰ, ਇਹ ਬਾਅਦ 'ਚ ਚੌਂਕੀ। ਇਹ ਚੌਂਕੀਆਂ ਪ੍ਰਮੁੱਖ ਨੇ ਨਿਤਨੇਮ ਦੀਆਂ। ਅੱਜ ਵੀ ਦਰਬਾਰ ਸਾਹਿਬ ਇਹ ਚੌਂਕੀਆਂ ਲੱਗਦੀਆਂ ਨੇ। ਜਦੋਂ ਅਰਦਾਸ 3 ਵਾਲੀ ਹੁੰਦੀ ਹੈ ਉਦੋਂ ਵੀ ਕਿਹਾ ਜਾਂਦਾ ਸ਼ਬਦ ਚੌਂਕੀ ਚਰਨ ਕਮਲ ਕੀ ਅਰਦਾਸ ਹੈ। ਰਹਿਰਾਸ ਸਾਹਿਬ ਦੇ ਨਾਲ ਵੀ ਇਹ ਸ਼ਬਦ ਮਿਲਦਾ ਤੇ ਆਸਾ ਦੀ ਵਾਰ ਦੇ ਨਾਲ ਵੀ ਤੁਸੀਂ ਦਰਬਾਰ ਸਾਹਿਬ ਉਹ ਸੁਣੋਗੇ। ਇਹ ਜਿਹੜੀਆਂ ਚੌਂਕੀਆਂ ਸਾਡੀਆਂ ਨਿਤਨੇਮ ਦੀਆਂ ਚੌਂਕੀਆਂ ਨੇ। ਉਸ ਤੋਂ ਬਾਅਦ ਸੀ ਯਾਤਰੂ ਚੌਂਕੀ। ਯਾਤਰੂ ਚੌਂਕੀ ਅੱਜ ਵੀ ਤੁਸੀਂ ਵੇਖੋਗੇ 14 ਵਾਲੇ ਦਿਨ ਨਾ, ਮੱਸਿਆ ਤੋਂ ਇੱਕ ਦਿਨ ਪਹਿਲਾਂ ਸੰਗਤਾਂ ਜਿਹੜੀਆਂ ਨੇ ਕੁਝ ਤਰਨ ਤਾਰਨ ਸਾਹਿਬ ਤੋਂ ਜਾਂ ਕੁਝ ਨਗਰਾਂ ਤੋਂ ਚੱਲ ਕੇ ਤੇ ਗੁਰੂ ਘਰਾਂ ਦੇ ਵਿੱਚ ਕੁਝ ਦਰਬਾਰ ਸਾਹਿਬ ਆਉਂਦੀਆਂ ਨੇ, ਕੁਝ ਤਰਨ ਤਾਰਨ ਦਰਬਾਰ ਸਾਹਿਬ ਜਾਂਦੀਆਂ ਨੇ, ਕੁਝ ਗੋਇੰਦਵਾਲ, ਇੱਦਾਂ ਥਾਂ ਥਾਂ ਤੇ ਸੰਗਤਾਂ ਜਾ ਕੇ ਜਿਹੜੀਆਂ ਰਾਤ ਨੂੰ ਪੈਦਲ ਜਾਂਦੀਆਂ ਨੇ ਤੇ ਉਹਨੂੰ ਯਾਤਰੂ ਚੌਂਕੀ ਕਿਹਾ ਜਾਂਦਾ ਹੈ। ਇਹ ਅੱਜ ਵੀ ਕਈ ਨਗਰਾਂ ਦੇ ਤੁਹਾਨੂੰ ਵਿੱਚ ਵੇਖਣ ਨੂੰ ਮਿਲੇਗੀ। ਤੀਸਰੀ ਚੌਂਕੀ ਹੈ ਜੀ ਇਤਿਹਾਸਕ ਚੌਂਕੀ। ਇਹ 2 ਨੇ, ਦੋਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਨੇ। ਇੱਕ ਉਦੋਂ ਕੱਢੀ ਗਈ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭਾਈ ਕੀ ਡਰੌਲੀ ਗਏ ਸਨ। ਦੂਜੀ ਵਾਰ ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸ਼ੁਰੂ ਕੀਤੀ ਹੈ। ਇੱਥੋਂ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਕਰਨਾ, ਚੌਂਕੀਆਂ ਦੇ ਦੁਆਰਾ ਸੰਗਤਾਂ ਨੂੰ ਸੁਚੇਤ ਕਰਨਾ। ਸੰਗਤਾਂ ਨਗਰ ਨਗਰ ਜਾ ਕੇ ਪਹਿਲਾਂ ਸੰਗਤਾਂ ਦਾ ਇਕੱਠ ਹੋਇਆ। ਇਹ ਇਕੱਠ ਹੌਲੀ ਹੌਲੀ ਫਿਰ ਜਿਹੜਾ ਸੀ ਗਵਾਲੀਅਰ ਦੇ ਕਿਲੇ ਵੱਲ ਨੂੰ ਤੁਰ ਪਿਆ। ਇਹ ਇਤਿਹਾਸਕ ਚੌਂਕੀ ਹੈ। ਇਹਨਾਂ ਦੀ ਜਿਹੜੀ ਕਮਾਂਡ ਸੀ ਬਾਬਾ ਬੁੱਢਾ ਸਾਹਿਬ ਦੇ ਹੱਥ ਦੇ ਵਿੱਚ ਸੀ। ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੇ ਕਿਲੇ ਪਹੁੰਚੇ। ਜਿਸ ਵੇਲੇ ਗਵਾਲੀਅਰ ਦੇ ਕਿਲੇ ਦੇ ਅੱਗੇ ਗਏ ਤੇ ਬਾਬਾ ਜੀ ਨੇ ਉੱਥੋਂ ਦੀ ਮਿੱਟੀ ਚੁੱਕ ਕੇ ਤੇ ਆਪਣੇ ਮਸਤਕ ਦੇ ਨਾਲ ਲਾਈ। ਅਹਿਲਕਾਰਾਂ ਨੇ ਪੁੱਛਿਆ ਇਹ ਕੀ, ਤੇ ਬਾਬਾ ਜੀ ਕਹਿਣ ਲੱਗੇ ਇੱਥੇ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਨੇ, ਉਹਨਾਂ ਦੀ ਚਰਨ ਧੂੜੀ ਮੈਂ ਮੱਥੇ ਦੇ ਨਾਲ ਲਾ ਰਿਹਾ ਹਾਂ। ਫਿਰ ਇੱਥੇ ਕੀ ਕਰਨਾ ਸਿੱਖਾਂ ਨੇ, ਉਸ ਗਵਾਲੀਅਰ ਦੇ ਕਿਲੇ ਦੀ ਜਿਹੜੀ ਪਰਿਕਰਮਾ ਕਰਨੀ, ਚੌਂਕੀ ਕੱਢਣੀ, ਸ਼ਬਦ ਪੜ੍ਹੇ ਜਾਣੇ ਤੇ ਸ਼ਬਦ ਪੜ੍ਹਦਿਆਂ ਅਰਦਾਸ ਬੇਨਤੀ ਕਰਕੇ ਸਮਾਪਤੀ ਕਰਕੇ ਤੇ ਵਾਪਸ ਪਰਤਣਾ। ਇਸ ਤਰੀਕੇ ਦੇ ਨਾਲ ਟੁਕੜੀਆਂ ਟੁਕੜੀਆਂ ਬਣ ਕੇ ਸਿੱਖ ਸੰਗਤਾਂ ਦੀਆਂ ਚੌਂਕੀ ਦੇ ਰੂਪ ਦੇ ਵਿੱਚ ਜਾ ਕੇ ਤੇ ਇਹ ਗੱਲ ਸਪਸ਼ਟ ਕਰਦੀਆਂ ਸਨ ਹਕੂਮਤ ਦੇ ਵੱਲੋਂ ਰੋਸ ਸੀ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਹੈ ਤੇ ਇਹਦੇ ਲਈ ਸਿੱਖ ਕੌਮ ਦੇ ਅੰਦਰ ਰੋਸ ਪੈਦਾ ਹੋ ਰਿਹਾ ਹੈ। ਇਹ 3 ਚੌਂਕੀਆਂ ਨੇ ਸਾਡੀਆਂ ਇਤਿਹਾਸ ਦੇ ਵਿੱਚ। ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਚੌਂਕੀਆਂ ਸ਼ੁਰੂ ਕੀਤੀਆਂ। ਮੈਂ ਗੱਲ ਥੋੜ੍ਹੀ ਜਿਹੀ ਨੇੜੇ ਰੱਖਾਂ। ਉਸ ਤੋਂ ਬਾਅਦ ਇਹ ਵਿਦਵਾਨ ਇਹ ਗੱਲ ਲਿਖਦੇ ਨੇ ਜਹਾਂਗੀਰ ਬਿਮਾਰ ਪੈ ਗਿਆ। ਉਹਨੇ ਕਈ ਤਰ੍ਹਾਂ ਦਾ ਹਕੀਮਾਂ ਦੇ ਕੋਲੋਂ ਇਲਾਜ ਕਰਾਇਆ, ਨਹੀਂ ਗੱਲ ਬਣੀ, ਰਾਜੀ ਨਾ ਹੋਇਆ। ਆਖਰ ਇਹ ਸਭ ਤੋਂ ਇਹਦੇ ਨੇੜੇ ਦੀ ਜਿਹੜੀ ਬੀਬਾ ਸੀ ਉਹਦਾ ਸੀ ਨੂਰ ਜਹਾਂ ਨਾਂ। ਇਹ ਸੀ ਪੀਰਾਂ ਫਕੀਰਾਂ ਦੇ ਵਿੱਚ ਵਿਸ਼ਵਾਸ ਰੱਖਦੀ। ਸਾਈਂ ਮੀਆਂ ਮੀਰ ਦਾ ਤੁਹਾਨੂੰ ਪਤਾ ਹੋਵੇਗਾ ਕਿ ਨੂਰ ਜਹਾਂ ਦਾ ਜਿਹੜਾ ਬਚਪਨ ਅਤੇ ਜਵਾਨੀ ਦਾ ਪਹਿਲਾ ਪੜਾਅ ਹੈ ਉਹ ਲਾਹੌਰ ਦੀ ਧਰਤੀ ਤੇ ਬਤੀਤ ਹੁੰਦਾ ਹੈ। ਸਾਈਂ ਮੀਆਂ ਮੀਰ ਜੀ ਦੇ ਨਾਲ ਇਹਨਾਂ ਦੇ ਕੁਝ ਨੇੜੇ ਦੇ ਸੰਬੰਧ ਸਨ, ਬੜਾ ਆਦਰ ਮਾਣ ਦਿੰਦੀ ਸੀ। ਤੇ ਜਿਹੜਾ ਜਹਾਂਗੀਰ ਹੈ ਉਹ ਨੂਰ ਜਹਾਂ ਦਾ ਜਿਹੜਾ ਹੈ ਉਹ ਅੱਤ ਦਾ ਆਦੀ ਹੋ ਚੁੱਕਾ ਸੀ, ਜਿਹਦੇ ਕਾਰਨ ਜਹਾਂਗੀਰ ਬਿਮਾਰ ਪੈ ਗਿਆ। ਸਾਈਂ ਮੀਆਂ ਮੀਰ ਉਹਨਾਂ ਨੇ ਪਹੁੰਚ ਕਰਕੇ ਨੂਰ ਜਹਾਂ ਤੱਕ, ਨੂਰ ਜਹਾਂ ਵੀ ਚਾਹੁੰਦੀ ਹੈ ਕਿ ਮੈਂ ਜਿਹੜਾ ਜਹਾਂਗੀਰ ਰਾਜੀ ਹੋ ਜੇ
ਤੇ ਸਾਈਂ ਮੀਆਂ ਮੀਰ ਨੇ ਉਹਦੇ ਕੰਨਾਂ ਤੱਕ ਇਹ ਖਬਰ ਪਹੁੰਚਾ ਦਿੱਤੀ ਕਿ ਇਹਨੇ ਪਾਪ ਕੀਤੇ ਨੇ। ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕੈਦ ਕੀਤਾ ਹੋਇਆ। ਜਿਸ ਵੇਲੇ ਜਹਾਂਗੀਰ ਨੂੰ ਗਲਤੀ ਦਾ ਅਹਿਸਾਸ ਹੋਇਆ, ਉਹਨੇ ਸਵਾਲ ਕੀਤਾ ਸਾਈਂ ਮੀਆਂ ਮੀਰ ਜੀ ਨੂੰ, ਕਹਿਣ ਲੱਗਾ ਸਾਈਂ ਜੀ ਪਹਿਲਾਂ ਕਿਉਂ ਨਹੀਂ ਦੱਸਿਆ। ਸਾਈਂ ਜੀ ਕਹਿਣ ਲੱਗੇ ਮੈਂ ਗਿਆ ਸਾਂ ਪਰ ਤੂੰ ਉਦੋਂ ਸੁਣਿਆ ਨਹੀਂ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ, ਤੂੰ ਉਦੋਂ ਸੁਣਦਾ ਕਿੱਥੇ ਸਾਂ, ਅੱਜ ਬਿਮਾਰ ਪਿਆ ਏ। ਆਖਰ ਫਿਰ ਜਹਾਂਗੀਰ ਨੇ ਮਨ ਦੇ ਵਿੱਚ ਵਿਚਾਰ ਕੀਤੀ। ਇੱਕ ਰਾਜਨੀਤੀ ਵੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜ਼ਿਆਦਾ ਲੰਮਾ ਸਮਾਂ ਕੈਦ ਰੱਖ ਕੇ ਆਪਣੀ ਸਿਆਸਤ ਨਹੀਂ ਚਲਾਈ ਜਾ ਸਕਦੀ, ਬੜੇ ਪੁਆਇੰਟ ਮਾਰਨੇ ਪੈਂਦੇ ਨੇ ਸਿਆਸਤ ਦੇ ਵਿੱਚ ਵੀ, ਬੜੇ ਸਟੰਟ ਖੇਡਣੇ ਪੈਂਦੇ ਨੇ। ਆਖਰ ਕੀ ਕੀਤਾ ਜਹਾਂਗੀਰ ਨੇ ਇਹ ਗੱਲ ਕਹਿਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਜ਼ਾਦ ਕਰ ਦਿਓ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਜ਼ਾਦੀ ਦੀ ਗੱਲ ਆਈ, ਰਿਹਾਈ ਦੀ ਗੱਲ ਆਈ, ਆਣ ਕੇ ਜਿਹੜਾ ਸੀ ਦਰੋਗੇ ਨੇ ਕਿਹਾ ਸਤਿਗੁਰੂ ਤੁਹਾਡੀ ਰਿਹਾਈ ਦੇ ਆਰਡਰ ਆਏ ਨੇ। ਸਤਿਗੁਰੂ ਕਹਿਣ ਲੱਗੇ ਭਲਿਆ ਸਾਨੂੰ ਕੌਣ ਕੈਦ ਕਰਨ ਵਾਲਾ ਹੈ। ਜਦੋਂ ਸਤਿਗੁਰਾਂ ਦੀ ਰਿਹਾਈ ਦੀ ਗੱਲ ਸੁਣੀ, ਜਿਹੜੇ ਅੰਦਰ ਕੈਦੀ ਰਾਜੇ ਨੇ ਇਹਨਾਂ ਦੇ ਮਨ ਦੇ ਵਿੱਚ ਆ ਗਿਆ ਸਾਨੂੰ ਜੀਵਨ ਮਿਲਿਆ ਸੀ ਗੁਰੂ ਦੇ ਆਉਣ ਕਰਕੇ, ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਲ ਗਏ ਤੇ ਸਾਡੇ ਕੋਲੋਂ ਨਿਕਲਿਆ ਕੋਈ ਨਹੀਂ ਜਾਣਾ। ਤਰਲਾ ਪਾਇਆ ਦਾਤਾ ਜੀ ਤੁਸੀਂ ਤੇ ਜਿਹੜੇ ਦੀਨ ਦੁਨੀਆ ਦੇ ਮਾਲਕ ਜੇ, ਇੱਕ ਸਾਡੇ ਤੇ ਰਹਿਮਤ ਕਰੋ, ਸਾਨੂੰ ਵੀ ਇਸ ਕੈਦ ਦੇ ਵਿੱਚੋਂ ਨਾਲ ਲੱਗਦੇ ਹੱਥ ਆਜ਼ਾਦ ਕਰਾ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਇਆ ਘਰ ਆਏ। ਦਇਆ ਦੇ ਘਰ 'ਚ ਆ ਕੇ ਮੇਰੇ ਸਤਿਗੁਰਾਂ ਨੇ ਜਾ ਕੇ ਵਜ਼ੀਰ ਖਾਨ ਸੁਨੇਹਾ ਲੈ ਕੇ ਆਇਆ ਸੀ, ਕਹਿ ਦਿੱਤਾ ਮੁਰਤਜ਼ਾ ਉਹਨੂੰ ਵਜ਼ੀਰ ਖਾਨ ਨੂੰ ਦਰੋਗੇ ਨੂੰ ਵੀ ਕਹਿ ਦਿੱਤਾ ਕਿ ਭਾਈ ਜਾ ਕੇ ਜਹਾਂਗੀਰ ਨੂੰ ਕਹਿ ਦਿਓ ਕਿ ਜਿੰਨਾ ਚਿਰ ਇਹਨਾਂ ਕੈਦੀਆਂ ਨੂੰ ਨਹੀਂ ਛੱਡਦਾ ਤੇ ਉਹਨਾਂ ਸਿਰ ਅਸੀਂ ਨਹੀਂ ਇੱਥੋਂ ਜਾਵਾਂਗੇ। ਤੇ ਜਹਾਂਗੀਰ ਨੇ ਵੀ ਇਹ ਨੀਤੀ ਤੋਂ ਕੰਮ ਲਿਆ ਕਿ ਇਹ ਜਿਹੜੇ ਕੈਦੀ ਨੇ ਇਹ ਵੀ ਸਾਰੇ ਰਾਜਪੂਤ ਨੇ, ਇਹਨਾਂ ਨੂੰ ਵੀ ਲੰਮਾ ਸਮਾਂ ਕੈਦ ਦੇ ਵਿੱਚ ਰੱਖਣਾ ਚੰਗਾ ਨਹੀਂ, ਇਹਨਾਂ ਰਾਜਿਆਂ ਨੂੰ ਵੀ ਆਜ਼ਾਦ ਕਰ ਦੇਣਾ ਚਾਹੀਦਾ ਹੈ। ਉਹਨੇ ਇੱਕ ਮਖੌਲ ਦੇ ਵਿੱਚ ਗੱਲ ਕਹਿ ਦਿੱਤੀ, ਕਹਿਣ ਲੱਗਾ ਜਿੰਨੇ ਕੁ ਸਤਿਗੁਰਾਂ ਦਾ ਲੜ ਪਕੜ ਕੇ ਬਾਹਰ ਆ ਸਕਦੇ ਨੇ ਉਹਨੇ ਕੁ ਬਾਹਰ ਕੱਢ ਦਿਓ। ਆਖਰ ਕੁਝ ਵਿਦਵਾਨ ਇਹਨਾਂ ਦੀ ਗਿਣਤੀ 103 ਮੰਨਦੇ ਨੇ, ਪਰ ਬਹੁਤਿਆਂ ਨੇ ਜਿਹੜਾ ਜ਼ਿਕਰ ਹੈ ਉਹ 52 ਕੀਤਾ ਹੋਇਆ ਹੈ। ਇੱਕ ਡਾਕਟਰ ਸਾਹਿਬ ਵੀ ਬੈਠੇ ਨੇ, ਇੱਕ ਸਾਡੇ ਕਥਾਵਾਚਕ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਉਹਨਾਂ ਕਿਤਾਬਾਂ ਲਿਖੀਆਂ ਨੇ ਗੁਰਮਤਿ ਮੋਤੀ, ਉਹਦੇ ਦੂਸਰੇ ਭਾਗ ਦੇ ਵਿੱਚ ਦੀਵਾਲੀ ਦੇ ਕਨਸੈਪਟ ਦੇ ਵਿੱਚ ਉਹਨਾਂ ਨੇ 103 ਦਾ ਜ਼ਿਕਰ ਕੀਤਾ ਹੋਇਆ ਹੈ। ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੋਈ ਹੈ ਕਿ 51 ਜਿਹੜੇ ਕੈਦੀ ਸਨ ਉਹਨਾਂ ਨੂੰ ਮੂੰਹ ਬੁਲਾਜੇ ਬਾਹਰ ਕੱਢ ਦਿੱਤਾ ਗਿਆ ਤੇ 52 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਸੀ ਉਹ 52 ਕਲੀਆਂ ਵਾਲਾ ਆਖਰ ਦੇ ਵਿੱਚ ਚੋਲਾ ਸਮਾ ਕੇ ਤੇ ਉਹ ਕੱਲੀ ਕੱਲੀ ਕਲੀ ਪਕੜਾ ਕੇ, ਕੁਝ 50 ਕਲੀਆਂ ਕਹਿੰਦੇ ਨੇ ਤੇ 2 ਜਾਣੇ ਨੇ ਲੜ ਪਕੜਿਆ, ਕੁਝ 52 ਕਲੀਆਂ ਕਹਿੰਦੇ ਨੇ। ਆਖਰ 52 ਕਲੀਆਂ ਵਾਲਾ ਚੋਲਾ ਸਮਾਇਆ ਸਤਿਗੁਰਾਂ ਨੇ। ਉਸ ਚੋਲੇ ਦੀਆਂ ਕਲੀਆਂ ਨੂੰ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਗਵਾਲੀਅਰ ਦੀ ਜਿਹੜੀ ਸੀ ਇਹ ਕੈਦ ਤੋਂ ਬਾਹਰ ਆਏ। ਉਹ 52 ਰਾਜੇ ਵੀ ਰਿਹਾ ਹੋਏ। ਉਸ ਤੋਂ ਬਾਅਦ ਦਰੋਗੇ ਦੇ ਘਰ ਦੇ ਵਿੱਚ ਗਏ। ਦਰੋਗੇ ਨੇ ਬੇਨਤੀ ਕੀਤੀ ਸਤਿਗੁਰੂ ਇਹ ਤੁਸੀਂ ਰਹਿਮਤ ਕਰੋ, ਸਾਡੇ ਘਰ ਜਾਓ, ਇਹ ਆਣ ਕੇ ਚਰਨ ਪਾਓ। ਸਤਿਗੁਰੂ ਉੱਥੇ ਗਏ। ਉੱਥੇ ਜਾਣ ਤੋਂ ਬਾਅਦ ਆਉਂਦਿਆਂ ਰਸਤੇ ਦੇ ਵਿੱਚ ਕੁਝ ਥਾਵਾਂ ਤੇ ਸਤਿਗੁਰੂ ਪੜਾਅ ਕਰਦੇ ਆਏ। ਭਾਈ ਕੀ ਡਰੌਲੀ ਵੀ ਗਏ, ਇੱਥੇ ਇਹਨਾਂ ਦਾ ਸਾਂਢੂ ਸੀ ਡਰੌਲੀ ਵਿਖੇ, ਉੱਥੇ ਕੁਝ ਸਮਾਂ ਰਹੇ। ਚੱਲਦੇ ਚੱਲਦੇ ਆਖਰ ਦੇ ਵਿੱਚ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਨੇ ਉਸ ਦਿਨ ਦੀਵਾਲੀ ਸੀ। ਇਹ ਗੱਲ ਯਾਦ ਰੱਖਿਓ, ਦੀਵਾਲੀ ਵਾਲੇ ਦਿਨ ਰਿਹਾਈ ਨਹੀਂ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵੇਲੇ ਅੰਮ੍ਰਿਤਸਰ ਪਹੁੰਚਦੇ ਨੇ ਉਸ ਦਿਨ ਦੀਵਾਲੀ ਸੀ। ਤੇ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖਾਂ ਦੇ ਵਿੱਚ ਜਿਹੜਾ ਸੀ ਦੀਵੇ ਜਿਹੜੀ ਸੀ ਦੀਵੇ ਬਾਲਣ ਦੀ ਪਿਰਤ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਵਾਲੀਅਰ ਤੋਂ ਆਉਣ ਦੀ ਖੁਸ਼ੀ ਦੇ ਵਿੱਚ ਪਿਰਤ ਪਾਈ ਹੋਈ ਸੀ। ਅੱਜ ਵੀ ਤੁਸੀਂ ਵੇਖੋ ਕਿ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਅੱਜ ਵੀ ਦੀਪਮਾਲਾ ਹੋਣੀ ਹੈ। ਆਖਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਤੇ ਆਏ। ਸਾਰਾ ਅੰਮ੍ਰਿਤਸਰ ਜਿਹੜਾ ਸੀ ਰੋਸ਼ਨਾ ਦਿੱਤਾ ਗਿਆ, ਲਾਈਟਾਂ ਦੇ ਨਾਲ, ਦੀਵਿਆਂ ਦੇ ਨਾਲ, ਹਰ ਪਾਸੇ ਰੌਸ਼ਨੀ ਰੌਸ਼ਨੀ, ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ। ਆਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਬਾਬਾ ਜੀ ਤੁਸੀਂ ਆਦ ਸਿੱਖ ਜੇ, ਤੁਹਾਡੀਆਂ ਚੌਂਕੀਆਂ ਜੁਗੋ ਜੁਗ ਅਟਲ ਰਹਿਣਗੀਆਂ। ਅੱਜ ਵੀ ਇਹ ਹਰਮੰਦਰ ਸਾਹਿਬ ਦੀ ਮਰਿਆਦਾ ਹੈ, ਅੱਜ ਵੀ ਰਹਿ ਰਾਸ ਦਾ ਪਾਠ ਦਾ ਭੋਗ ਪੈਂਦਾ ਜੀ ਅਕਾਲ ਤਖਤ ਸਾਹਿਬ ਤੋਂ। ਉਸ ਤੋਂ ਬਾਅਦ ਇਹ ਬਜ਼ੁਰਗ ਸਾਡੇ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਗੁਰਮੁਖ ਪ੍ਰੇਮੀ। ਉਹ ਪਹਿਲਾਂ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਮਿਸਾਲ ਦਿੱਤੀ ਜਾਂਦੀ ਸੀ, ਸਿਹਰਾ ਦਿੱਤਾ ਜਾਣਾ, ਨਿਸ਼ਾਨ ਸਾਹਿਬ ਦਿੱਤਾ ਜਾਣਾ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਨੀ। ਹੁਣ ਉਹ ਮਿਸਾਲ ਨਹੀਂ ਦਿੱਤੀ ਜਾਂਦੀ, ਲਾਈਟਾਂ ਲੱਗ ਚੁੱਕੀਆਂ ਨੇ। ਹੁਣ ਸ੍ਰੀ ਸਾਹਿਬ ਦਿੱਤੀ ਜਾਂਦੀ ਹੈ, ਸ੍ਰੀ ਸਾਹਿਬ ਦੇ ਉੱਤੇ ਸਿਹਰਾ ਹੁੰਦਾ ਹੈ ਤੇ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੋਂ ਦਿੱਤਾ ਜਾਂਦਾ ਹੈ। ਇਹ ਚੌਂਕੀ ਰਾਤ ਨੂੰ ਨਿਕਲਦੀ ਹੈ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਤੋਂ ਬਾਅਦ। ਉਧਰੋਂ ਆਰਤੀ ਦਾ ਭੋਗ ਪੈ ਜਾਂਦਾ ਦਰਬਾਰ ਸਾਹਿਬ। ਇਹ ਪਹਿਲਾਂ ਇੱਕ ਪਰਿਕਰਮਾ ਵੱਡੀ ਕਰਦੀ ਹੈ, ਸਰੋਵਰ ਦੀ ਪਰਿਕਰਮਾ ਵੱਡੀ ਹੈ ਨਾ, ਉਹ ਸਰੋਵਰ ਦੀ ਪਰਿਕਰਮਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੱਚਖੰਡ ਹਰਿਮੰਦਰ ਸਾਹਿਬ ਜਾਇਆ ਜਾਂਦਾ ਹੈ। ਹਰਿਮੰਦਰ ਸਾਹਿਬ ਦੀ ਜਿਹੜੀ ਛੋਟੀ ਇੱਕ ਪਰਿਕਰਮਾ ਹੈ ਉਹ ਪਰਿਕਰਮਾ ਕੀਤੀ ਜਾਂਦੀ ਹੈ। ਪਰਿਕਰਮਾ ਕਰਨ ਤੋਂ ਬਾਅਦ ਇਹ ਚੌਂਕੀ ਜਦੋਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੇ ਬੂਹੇ ਅੱਗੇ ਆਉਂਦੀ ਹੈ ਉਦੋਂ ਕੀਰਤਨ ਬੰਦ ਹੋ ਜਾਂਦਾ ਹੈ। ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਨੂੰ ਭੁੱਲ ਭੁਲੇਖੇ, ਕਿਉਂਕਿ ਪਿੱਛੇ ਜੇ ਕੁਝ ਸਮਾਂ ਪਹਿਲਾਂ ਸਾਡੇ PM ਆਏ ਸਨ, ਮੈਂ ਹੱਕ 'ਚ ਤਾਂ ਨਹੀਂ ਕਿਸੇ ਦੇ,
पर जिहड़ी एक सच्चाई वो स्पष्ट कर देनी चाहिए। PM आए सन शाम ਨੂੰ ਇਹ ਗੱਲ ਪ੍ਰਚਾਰ ਦਿੱਤੀ ਗਈ ਜੀ ਜਦੋਂ PM ਆਇਆ ਤੇ ਬਾਦਲਾਂ ਕਿਆ ਨੇ ਉੱਥੇ ਕੀਰਤਨ ਬੰਦ ਕਰਾਤਾ। ਇਹ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਕੋਈ ਕੀਰਤਨ ਬੰਦ ਕਰਾਵੇ। ਅਸਲ 'ਚ ਉਦੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਆ ਗਈ ਸੀ। जिस वे बाबा बुढ़ा साहब की चौंकी आती है उदों कीर्तन बंद हो जाता है। रागी सिंह बैठे रहिंदे ने, सिंह साहबान बैठे रहिंदे ने, सारे बैठे रहिंदे ने। चौंकियां दे विचों जिहड़ा उन्हां दा एक मुख लीडर गुरमुख प्यारा हुंदा है वो फिर अरदास बेनती करदा। ये अज भी हरमंदर साहब दे विच जाके तुसीं वेख सकदे। ये बाबा बुढ़ा साहब की चौंकी जुगो जुग अटल है। सिखां दे विच ये भावना है कि इस चौंकी दे विच गुरु हरगोबिंद साहब महाराज जी आप वरतदे ने। मींह होवे, नेरी होवे, किदां दा भी समा होवे, ये चौंकियां बाबा बुढ़ा साहब की अज भी दरबार साहब की धरती के उत्ते निकलती है। सो अज दे दिन गुरु हरगोबिंद साहब महाराज जी अमृतसर की धरती ते आए तो उन्हां सतगुरां दे संबंध दे विच असीं बाद च बंदी छोड़ दिवस जिहड़ा असीं दिवाली दे नाल जिहड़ा ला के अज मनाउने आ। आप सरबत संगतां नूं गुरु हरगोबिंद साहब महाराज जी दे बंदी छोड़ दियां बहुत बहुत मुबारक होवन। ये अज दे 2 दिहाड़े सन क्योंकि पिछले दिनों जिस दिन डॉक्टर साहब उन्होंने अनाउंस किया मैनूं थोड़ा जिहा हिंट ही चाहिए हुंदा है। इन्होंने 2 शब्द वरते सन, एक दिवाली ते एक बंदी छोड़। मैं उस दिन मन च सोच लिया भी सवेरे बंदी छोड़ का आप मना लांगे, रात में दिवाली की कथा कर लांगे। सो इस करके बंदी छोड़ का इतिहास मैं तुहाडे नाल जिन्ना क गुरु ने सुमत बख्शी साझा कर दिता। दिवाली के बारे ये मौसमी त्यौहार है किवें किवें ये मनाया जाता है। भाई गुरदास जी की अज एक पौड़ी अक्सर पढ़ी जानी है कि दिवाली की रात दीवे बालीन। ये पिछे का फलसफा की है, की कहना चाहते हैं भाई गुरदास जी, दिवाली दी किवें खुशियां मनाइया जांदियां ने। ये शाम नूं आपां जिहड़ा तकरीबन शाम नूं कथा 7 सवा 7 बजे आरंभ होवेगी, उदों आपां ये दिवाली का इतिहास वाचांगे। सो बंदी छोड़ का इतिहास आप जी दे नाल सांझ पाउंदियां होईयां भुलां गलतियां दी खिमा। इन्नियां बेनतियां प्रवान। वाहिगुरू जी का खालसा वाहिगुरू